ਦੋਸਤੋ ਇੱਕ ਹੋਰ ਖਾਸ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗ ਦੇ ਵਿੱਚ ਮੈਂ ਇੱਕ ਵਾਰ ਫੇਰ ਹਾਜ਼ਰ ਹਾਂ। ਅੱਜ ਮੈਂ ਗੱਲ ਕਰਾਂਗਾ ਭਾਰਤ ਦੇ ਵਿੱਚ ਹੋਏ ਇੱਕ ਐਸੇ ਕਾਰਪੋਰੇਟ ਘੁਟਾਲੇ, ਇਸ ਨੂੰ ਕਾਰਪੋਰੇਟ ਹੇਰਾਫੇਰੀ ਕਹੀਏ, ਇਸ ਨੂੰ ਉਦਯੋਗ ਜਗਤ ਦੀ ਹੇਰਾਫੇਰੀ ਕਹੀਏ ਜਾਂ ਇਸ ਨੂੰ ਕੀ ਕਹੀਏ, ਲੇਕਿਨ ਇਹ ਹੇਰਾਫੇਰੀ ਬਹੁਤ ਹੀ ਵੱਡੇ ਪੱਧਰ ਦੀ ਹੇਰਾਫੇਰੀ ਸੀ। ਕਈ ਸੈਂਕੜਾ ਹਜ਼ਾਰਾਂ ਕਰੋੜ ਦਾ ਕਾਰਪੋਰੇਟ ਘੁਟਾਲਾ ਗਬਨ ਇਸ ਨੂੰ ਕਿਹਾ ਜਾ ਸਕਦਾ ਹੈ। ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਕਾਰਪੋਰੇਟ ਹੇਰਾਫੇਰੀ ਦੇ ਕੇਂਦਰ ਉੱਤੇ ਹੈ ਪੰਜਾਬ ਦਾ ਇੱਕ ਬਹੁਤ ਹੀ ਉੱਗਾ ਹੋਇਆ ਡੇਰਾ। ਮੈਂ ਗੱਲ ਕਰ ਰਿਹਾ ਹਾਂ ਮਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਰਣਬੈਕਸੀ ਗਰੁੱਪ, ਉਸ ਦੇ ਨਾਲ ਤੁਸੀਂ ਸਾਰੇ ਵਾਕਿਫ ਹੋ। ਫੋਰਟਿਸ ਹਸਪਤਾਲਾਂ ਬਾਰੇ ਵੀ ਤੁਸੀਂ ਸੁਣਿਆ ਹੈ, ਲੇਕਿਨ ਕਿਸ ਤਰੀਕੇ ਨਾਲ ਫੋਰਬਸ ਦੀ ਬਿਲੀਅਨਰ ਸੂਚੀ ਦੇ ਵਿੱਚ ਰਹਿਣ ਵਾਲੇ ਇਹ ਦੋ ਭਰਾ, ਜਿਸ ਉੱਤੇ ਕਿ ਪੰਜਾਬ ਨੂੰ ਮਾਣ ਸੀ, ਜਿਸ ਉੱਤੇ ਕਿ ਸਿੱਖਾਂ ਨੂੰ ਮਾਣ ਸੀ, 2019 ਆਉਂਦਿਆਂ ਇਹ ਦੋਵੇਂ ਭਰਾਵਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇੱਕ ਬਹੁਤ ਵੱਡੇ ਪੱਧਰ ਦੀ ਕਾਰਪੋਰੇਟ ਹੇਰਾਫੇਰੀ ਹੋਈ, ਘੁਟਾਲਾ ਹੋਇਆ। ਇਹ ਲੋਕਾਂ ਨੇ ਆਪਣੀ ਹੀ ਕੰਪਨੀਆਂ ਦੇ ਵਿੱਚ ਇਸ ਤਰੀਕੇ ਨਾਲ ਪੈਸੇ ਦੀ ਹੇਰਾਫੇਰੀ ਜਾਂ ਅਦਲਾ ਬਦਲੀ ਇੱਕ ਖਾਤੇ ਤੋਂ ਦੂਸਰੇ ਖਾਤੇ ਤੱਕ, ਇੱਕ ਕੰਪਨੀ ਤੋਂ ਦੂਸਰੀ ਕੰਪਨੀ ਤੱਕ ਕੀਤੀ। ਦਿੱਲੀ ਪੁਲਿਸ ਦੀ ਇਕਨੋਮਿਕ ਅਫੈਂਸਿਸ ਵਿੰਗ ਯਾਨੀ ਕਿ ਆਰਥਿਕ ਅਪਰਾਧ ਸ਼ਾਖਾ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਦੋਵੇਂ ਭਰਾਵਾਂ ਨੂੰ ਇੱਕ ਬਹੁਤ ਹੀ ਵੱਡੀ ਕਾਰਪੋਰੇਟ ਹੇਰਾਫੇਰੀ ਦਾ ਦੋਸ਼ੀ ਮੰਨਿਆ ਤੇ ਇਹਨਾਂ ਦੇ ਖਿਲਾਫ ਸਾਲ 2019 ਦੇ ਵਿੱਚ ਕੇਸ ਦਰਜ ਕੀਤੇ। ਲੇਕਿਨ ਇਸ ਕਾਰਪੋਰੇਟ ਘੁਟਾਲੇ ਦੇ ਕੇਂਦਰ ਦੇ ਵਿੱਚ ਪੰਜਾਬ ਦਾ ਉਹ ਉੱਗਾ ਡੇਰਾ ਹੈ ਜਿਸ ਦਾ ਨਾਂ ਹੈ ਰਾਧਾ ਸਵਾਮੀ ਸਤਸੰਗ ਬਿਆਸ, ਯਾਨੀ ਕਿ ਡੇਰਾ ਰਾਧਾ ਸਵਾਮੀ। ਇਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਪਰਿਵਾਰ ਦੀਆਂ ਬਹੁਤ ਸੀ ਐਸੀਆਂ ਕੰਪਨੀਆਂ, ਤਕਰੀਬਨ 16 ਐਸੀਆਂ ਕੰਪਨੀਆਂ, ਜਿਨ੍ਹਾਂ ਦੇ ਵਿੱਚੋਂ ਕਈ ਕੰਪਨੀਆਂ ਦੇ ਵਿੱਚ ਸਿੱਧੇ ਤੌਰ ਤੇ ਖੁਦ ਗੁਰਿੰਦਰ ਢਿੱਲੋਂ, ਉਹਨਾਂ ਦੇ ਬੇਟੇ ਜਾਂ ਉਹਨਾਂ ਦੀ ਪਤਨੀ ਬਤੌਰ ਸਟੇਕ ਹੋਲਡਰ ਜਾਂ ਡਾਇਰੈਕਟਰ ਸਨ। ਇਹੋ ਜਿਹੀਆਂ ਕੰਪਨੀਆਂ ਸਨ ਜਿਨ੍ਹਾਂ ਨੂੰ ਮਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਉਹਨਾਂ ਵੱਲੋਂ ਸਿੱਧੇ ਤਰੀਕੇ ਨਾਲ ਫਾਇਦੇ ਪਹੁੰਚਾਏ ਗਏ, ਅਨਸੈਕਿਉਰਡ ਲੋਨਸ ਦਿੱਤੇ ਗਏ। ਹਜ਼ਾਰਾਂ ਕਰੋੜ ਦੇ ਜਿਹੜੇ ਲੋਨਸ ਹੈਗੇ ਨੇ ਗੱਫਿਆਂ ਦੀ ਸ਼ਕਲ ਵਿੱਚ ਇਹ ਲੋਕਾਂ ਨੂੰ ਦਿੱਤੇ ਗਏ ਤੇ ਫਿਰ ਬਾਅਦ ਦੇ ਵਿੱਚ ਇਹਨਾਂ ਤੋਂ ਆਪਣੀ ਹੀ ਕੰਪਨੀਆਂ ਯਾਨੀ ਕਿ ਰੈਲੀਗੇਅਰ ਦੀਆਂ ਕੰਪਨੀਆਂ, ਉਹ ਤੀਸਰੀ ਕੰਪਨੀ ਜੋ ਕਿ ਰਣਬੈਕਸੀ ਤੇ ਫੋਰਟਿਸ ਤੋਂ ਬਾਅਦ ਇੱਕ ਤੀਸਰੀ ਵਿੰਗ ਜਾਂ ਆਰਮ ਸੀ ਮਲਵਿੰਦਰ ਤੇ ਸ਼ਵਿੰਦਰ ਦੇ ਬਿਜ਼ਨਸ ਦਾ, ਉਸ ਦੇ ਵਿੱਚ ਹੀ ਇਨਵੈਸਟ ਕਰਾਤਾ ਗਿਆ। ਤੇ ਸਭ ਤੋਂ ਖਾਸ ਗੱਲ ਸੀ ਇਹ ਅਨਸੈਕਿਉਰਡ ਲੋਨ ਸਨ। ਸੋ ਪੂਰੀ ਗੱਲ ਨੂੰ ਬਹੁਤ ਤਫਸੀਲ ਦੇ ਨਾਲ ਸਮਝਾਵਾਂਗੇ। ਇਸ ਤੋਂ ਪਹਿਲਾਂ ਕਿ ਵੀਡੀਓ ਦੀ ਸ਼ੁਰੂਆਤ ਕਰਾਂ, ਇਸ ਕਾਰਪੋਰੇਟ ਹੇਰਾਫੇਰੀ ਗਬਨ ਦੀ ਗੱਲਬਾਤ ਕਰੀਏ ਆਪਾਂ, ਇਹ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਸ ਪੂਰੇ ਵੀਡੀਓ ਜਾਂ ਰਿਪੋਰਟ ਦਾ ਮਕਸਦ ਕਿਸੇ ਵੀ ਅਧਿਆਤਮਵਾਦ ਜਾਂ ਫਿਰ ਰੂਹਾਨੀਅਤ ਦੇ ਨਾਲ ਜੁੜੇ ਹੋਏ ਕਿਸੇ ਵੀ ਧਰਮ ਸੰਪਰਦਾ ਜਾਂ ਸੈਕਟ ਦੇ ਕਿਸੇ ਵੀ ਅਨੁਯਾਈ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਆਪਣੀ ਕਿਸਮ ਦੇ ਇਸ ਨਵੇਕਲੇ ਕਾਰਪੋਰੇਟ ਹੇਰਾਫੇਰੀ ਤੇ ਗਬਨ ਦੇ ਇਸ ਮਾਮਲੇ ਦੇ ਵਿੱਚ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਇਸ ਤਰੀਕੇ ਨਾਲ ਖੁਬੇ ਹੋਏ ਨੇ, ਇਸ ਪੂਰੇ ਮਾਮਲੇ ਦੇ ਕੇਂਦਰ ਵਿੱਚ ਨੇ ਕਿ ਉਹਨਾਂ ਨੂੰ ਇਸ ਮਾਮਲੇ ਤੋਂ ਅਲੱਗ ਕਰਕੇ ਦੇਖਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ। ਸੋ ਮੈਂ तमाम ਕੋਸ਼ਿਸ਼ਾਂ ਕੀਤੀਆਂ ਵੀ ਕਿ ਮੈਂ ਕਿਸੇ ਤਰੀਕੇ ਨਾਲ ਗੁਰਿੰਦਰ ਸਿੰਘ ਢਿੱਲੋਂ ਹੋਣਾ ਦੀ ਸ਼ਮੂਲੀਅਤ ਤੋਂ ਬਗੈਰ ਇਸ ਪੂਰੇ ਕਾਰਪੋਰੇਟ ਹੇਰਾਫੇਰੀ ਤੇ ਘੁਟਾਲੇ ਦੀ ਗੱਲ ਕਰ ਪਾਵਾਂ, ਲੇਕਿਨ ਇਹ ਸੰਭਵ ਨਹੀਂ ਸੀ ਕਿਉਂਕਿ ਇਸ ਪੂਰੇ ਮਾਮਲੇ ਦੀ ਜੜ ਤੇ ਇਸ ਪੂਰੇ ਮਾਮਲੇ ਦੇ ਕੇਂਦਰ ਉੱਤੇ ਗੁਰਿੰਦਰ ਸਿੰਘ ਢਿੱਲੋਂ ਜੋ ਕਿ ਡੇਰਾ ਮੁਖੀ ਹੈਗੇ ਨੇ, ਉਹ ਖੁਦ ਹੈਗੇ ਨੇ। ਸੋ ਇਸ ਚੀਜ਼ ਦੀ ਖਿਮਾ ਪਹਿਲਾਂ ਹੀ ਮੈਂ ਉਹਨਾਂ ਸਾਰੇ ਅਨੁਯਾਈਆਂ ਤੋਂ ਮੰਗ ਲੈਣਾ ਜੇ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਕਿਸੇ ਤਰੀਕੇ ਦੀ ਚੋਟ ਲੱਗੇ। ਲੇਕਿਨ ਇਸ ਪੂਰੇ ਵੀਡੀਓ ਤੇ ਰਿਪੋਰਟ ਦਾ ਮਕਸਦ ਇੱਕ ਸੱਚ ਨੂੰ ਸਾਹਮਣੇ ਲਿਆਉਣਾ ਹੈ, ਉਸ ਗੋਰਖ ਧੰਦੇ ਨੂੰ ਸਾਹਮਣੇ ਲਿਆਉਣਾ ਹੈ ਜੋ ਕਿ ਮਲਵਿੰਦਰ ਤੇ ਸ਼ਵਿੰਦਰ ਸਿੰਘ ਨਾਂ ਦੇ ਦੋਵੇਂ ਭਰਾਵਾਂ ਨੇ ਸ਼ੁਰੂ ਕਰ ਰੱਖਿਆ ਸੀ। ਇੱਕ ਬਹੁਤ ਹੀ ਇਲਸਟਰੀਅਸ ਐਮਪਾਇਰ ਸੀ, ਦੇਸ਼ ਤੇ ਦੁਨੀਆ ਦੇ ਚੋਟੀ ਦੇ ਬਿਲੀਅਨਰਸ ਦੇ ਵਿੱਚ ਇਹਨਾਂ ਦਾ ਨਾਂ ਆਉਂਦਾ ਸੀ। ਲੇਕਿਨ ਇਸ ਦੇ ਬਾਵਜੂਦ ਐਸੇ ਕੀ ਹਾਲਾਤ ਬਣੇ ਤੇ ਕੀ ਮਜਬੂਰੀਆਂ ਤਾਂ ਕੁਝ ਨਹੀਂ, ਬਲਕਿ ਲਾਲਚ ਇੱਕ ਐਸਾ ਕਾਰਨ ਸੀ ਕਿ ਕੰਪਨੀਆਂ ਦੇ ਪੈਸੇ ਨੂੰ, ਲੋਕਾਂ ਦੇ ਪੈਸੇ ਨੂੰ, ਆਪਣੇ ਸਟੇਕ ਹੋਲਡਰਸ ਜਾਂ ਸ਼ੇਅਰ ਹੋਲਡਰਸ ਦੇ ਮਿਹਨਤ ਨਾਲ ਕਮਾਏ ਹੋਏ ਜਾਂ ਇਨਵੈਸਟ ਕੀਤੇ ਹੋਏ ਪੈਸੇ ਨੂੰ ਇਹਨਾਂ ਨੇ ਆਪਣੀ ਨਿੱਜੀ ਜਾਇਦਾਦਾਂ ਜਾਂ ਸੰਪਤੀਆਂ ਬਣਾਉਣ ਲਈ ਵਰਤਿਆ। ਸੋ ਇਸ ਪੂਰੇ ਗੋਰਖ ਧੰਦੇ ਦੇ ਵਿੱਚ ਗੁਰਿੰਦਰ ਢਿੱਲੋਂ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਵੀ ਨਾਂ ਆਉਂਦਾ ਹੈ, ਉਹਨਾਂ ਦਾ ਜ਼ਿਕਰ ਤੇ ਉਹਨਾਂ ਨੂੰ ਇਸ ਮਾਮਲੇ ਤੋਂ ਨਿਖੇੜ ਕੇ ਨਹੀਂ ਵੇਖਿਆ ਸੀ ਜਾ ਸਕਦਾ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਖਾਸ ਰਿਪੋਰਟ ਦੀ, ਜਿਸ ਵਿੱਚ ਕਿ ਮੈਂ ਇਸ ਪੂਰੇ ਘੁਟਾਲੇ ਬਾਰੇ ਤੁਹਾਨੂੰ ਵੇਰਵੇ ਨਾਲ ਜਾਣਕਾਰੀ ਦਾਂਗਾ। ਇਸ ਤੋਂ ਪਹਿਲਾਂ ਕਿ ਮੈਂ ਇਸ ਕਾਰਪੋਰੇਟ ਗੋਰਖ ਧੰਦੇ ਘੁਟਾਲੇ ਜਾਂ ਗਮਨ ਦੇ ਪੂਰੇ ਵੇਰਵੇ ਦੇ ਵਿੱਚ ਜਾਵਾਂ, ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਮਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਦਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਰਿਸ਼ਤਾ ਕੀ ਸੀ। ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਦੋ ਭਰਾ ਸਨ ਜਿਨ੍ਹਾਂ ਦੀ ਮਾਤਾ ਜੀ ਜੋ ਕਿ ਗੁਰਿੰਦਰ ਸਿੰਘ ਢਿੱਲੋਂ ਦੇ ਕਜ਼ਨ ਸਨ। ਮਲਵਿੰਦਰ ਤੇ ਸ਼ਵਿੰਦਰ ਦੇ ਨਾਨਾ ਸੰਤ ਚਰਨ ਸਿੰਘ ਸਨ ਜੋ ਕਿ ਰਾਧਾ ਸਵਾਮੀ ਸਤਸੰਗ ਬਿਆਸ ਦੇ ਚੌਥੇ ਮੁਖੀ ਸਨ। 1990 ਦੇ ਵਿੱਚ ਉਹਨਾਂ ਦੇ ਦੇਹਾਂਤ ਤੋਂ ਬਾਅਦ ਹੀ ਗੁਰਿੰਦਰ ਸਿੰਘ ਢਿੱਲੋਂ ਨੂੰ ਉਹਨਾਂ ਦੀ ਗੱਦੀ ਉੱਤੇ ਗੱਦੀ ਨਸ਼ੀਨ ਬਣਾਇਆ ਗਿਆ। ਬੀਤੇ ਤਕਰੀਬਨ 31 ਸਾਲ ਤੋਂ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਵਜੋਂ ਕੰਮ ਕਰ ਰਹੇ ਨੇ। ਇਹਨਾਂ ਦਾ ਰਿਸ਼ਤਾ ਆਪਸ ਦੇ ਵਿੱਚ ਮਾਮੇ ਦੇ ਭਾਂਜਿਆਂ ਵਾਲਾ ਸੀ, ਯਾਨੀ ਕਿ ਗੁਰਿੰਦਰ ਸਿੰਘ ਢਿੱਲੋਂ ਮਲਵਿੰਦਰ ਤੇ ਸ਼ਵਿੰਦਰ ਹੋਣਾ ਦੇ ਮਾਮਾ ਸਨ।
ਇਹ ਆਪਸੀ ਰਿਸ਼ਤਾ ਇਹਨਾਂ ਦਾ 1990 ਤੋਂ ਬਾਅਦ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। 1999 ਤੋਂ ਬਾਅਦ ਜਦੋਂ ਮਲਵਿੰਦਰ ਤੇ ਸ਼ਿਵਿੰਦਰ ਹੋਣਾ ਦੇ ਪਿਤਾ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਇੱਕ ਪਿਤਾ ਦੇ ਵਾਂਗ ਹੀ ਉਹਨਾਂ ਦੀ ਪਰਵਰਿਸ਼ ਜਾਂ ਉਹਨਾਂ ਦੇ ਬਿਜ਼ਨਸ ਦੇ ਵਿੱਚ ਜੋ ਵੀ ਵਾਧਾ ਹੁੰਦਾ ਹੈ ਉਸ ਦੇ ਵਿੱਚ ਉਹਨਾਂ ਨੂੰ ਗਾਈਡ ਕਰਨ ਦੇ ਮੁਤਲਕ ਜਾਂ ਉਹਨਾਂ ਨੂੰ ਸਲਾਹ ਮਸ਼ਵਰਾ ਦੇਣ ਦੇ ਮੁਤਲਕ ਬਹੁਤ ਹੀ ਉਹਨਾਂ ਦਾ ਅਹਿਮ ਰੋਲ ਹੁੰਦਾ ਹੈ, ਭੂਮਿਕਾ ਹੁੰਦੀ ਹੈ। ਸਮਝਿਆ ਤਾਂ ਇਹ ਵੀ ਗਿਆ ਜੋ ਬਾਅਦ ਦੇ ਵਿੱਚ ਪੜਤਾਲਾਂ ਦੇ ਵਿੱਚ ਗੱਲਬਾਤ ਆਈ ਹੈ ਵੀ ਪੂਰਾ ਦਾ ਪੂਰਾ ਬਿਜ਼ਨਸ ਜਿਹੜਾ ਮਾਡਲ ਸੀ ਕਿਸ ਤਰੀਕੇ ਨਾਲ ਆਪਣੀ ਜਿਹੜੀ ਆਮਦਨ ਹੈ ਉਸ ਨੂੰ ਦੁੱਗਣੀ ਤੋਂ ਚੌਗੁਣੀ ਕਰਨਾ ਤੇ ਕਈ ਗੁਣਾ ਜ਼ਿਆਦਾ ਵਧਾ ਲੈਣਾ ਤੇ ਹੋਰਾਂ ਦੇ ਪੈਸੇ ਨੂੰ ਕਿਸ ਤਰੀਕੇ ਨਾਲ ਆਪਣੇ ਇਨਵੈਸਟਮੈਂਟਾਂ ਜਾਂ ਆਪਣੀ ਜਾਇਦਾਦਾਂ ਸੰਪत्तियां ਦੇ ਵਿੱਚ ਪਾਣਾ ਹੈ, ਇਹ ਸਾਰੀ ਜਿਹੜੀ ਗੱਲਬਾਤ ਤੇ ਸਲਾਹ ਮਸ਼ਵਰਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਦੀ ਐਡਵਾਈਸ ਤੋਂ ਬਾਅਦ ਹੀ ਮਲਵਿੰਦਰ ਤੇ ਸ਼ਿਵਿੰਦਰ ਕਰਿਆ ਕਰਦੇ ਸਨ। ਲੇਕਿਨ ਲੈ ਦੇ ਕੇ ਗੱਲ ਇਹ ਸੀ ਕਿ ਮਲਵਿੰਦਰ ਤੇ ਸ਼ਿਵਿੰਦਰ ਸਿੰਘ ਹੋਣਾ ਦਾ ਜਿਹੜਾ ਬਿਜ਼ਨਸ ਸੀ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਰਣਬੈਕਸੀ ਲੈਬੋਰੇਟਰੀਜ਼ ਦਾ ਤੁਸੀਂ ਨਾਂ ਸੁਣਿਆ ਹੈ। ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਤੇ ਹੋਰ ਥਾਵਾਂ ਉੱਤੇ ਵੀ ਬਹੁਤ ਸਾਰੀਆਂ ਫੈਕਟਰੀਆਂ, ਬਹੁਤ ਸਾਰੇ ਇੰਡਸਟਰੀਅਲ ਯੂਨਿਟਸ ਰਣਬੈਕਸੀ ਦੇ ਸਨ। ਇਹ ਬਹੁਤ ਹੀ ਵੱਧਦਾ ਫੁੱਲਦਾ ਹੋਇਆ ਇੱਕ ਬਿਜ਼ਨਸ ਐਮਪਾਇਰ ਸੀ। ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ ਰਣਬੈਕਸੀ ਦਾ ਨਾਂ ਸੀ। 2008 ਦੇ ਵਿੱਚ ਰਣਬੈਕਸੀ ਜਿਹੜੀ ਕੰਪਨੀ ਹੈ ਉਸ ਦੇ ਵਿੱਚੋਂ ਇੱਕ ਬਹੁਤ ਹੀ ਸਿਗਨੀਫੀਕੈਂਟ ਸਟੇਕ ਜਿਹੜਾ ਤਕਰੀਬਨ 35 ਤੋਂ 40% ਦਾ ਸਟੇਕ ਸੀ, ਉਹ ਇੱਕ ਜਾਪਾਨ ਦੀ ਕੰਪਨੀ ਡਾਈਚੀ ਸੈਂਕਿਓ ਨੂੰ ਵੇਚਿਆ ਗਿਆ। ਇਹ ਤਕਰੀਬਨ ਜਿਹੜੀ ਡੀਲ ਸੀ ਉਹ ਦੱਸੀ ਜਾ ਰਹੀ ਹੈ ਤਕਰੀਬਨ 20,000 ਕਰੋੜ ਤੋਂ ਉੱਤੇ ਸੀ, ਜਿਸ ਦੇ ਵਿੱਚ ਕਿ ਮਲਵਿੰਦਰ ਤੇ ਸ਼ਿਵਿੰਦਰ ਉਹਨਾਂ ਦਾ ਜਿਹੜਾ ਫਾਇਦਾ ਸੀ ਯਾਨੀ ਕਿ ਉਹਨਾਂ ਦਾ ਮੁਨਾਫਾ ਸੀ ਉਹ ਤਕਰੀਬਨ 15,000 ਕਰੋੜ ਦੇ ਆਸ-ਪਾਸ ਸੀ। ਸੋ 15,000 ਕਰੋੜ ਦੇ ਬਹੁਤ ਹੀ ਵੱਡੇ ਮੁਨਾਫੇ ਤੇ ਇੱਕ ਬਹੁਤ ਵੱਡਾ ਜਿਹੜਾ ਸਟੇਕ ਸੀ ਰਣਬੈਕਸੀ ਇੰਡਸਟਰੀ ਦਾ, ਉਹ ਵੇਚਤਾ ਜਾਂਦਾ ਹੈ ਜਾਪਾਨ ਦੀ ਇੱਕ ਕੰਪਨੀ ਨੂੰ, ਜਿਸਨੇ ਕਿ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਉਸ ਡੀਲ ਦੇ ਵਿੱਚ ਬਹੁਤ ਸੀ ਐਸੀ ਬੇਨਿਯਮੀਆਂ ਹੋਈਆਂ, ਬਹੁਤ ਸੀ ਐਸੀਆਂ ਗੱਲਾਂ ਬਾਤਾਂ ਸਨ ਜੋ ਕਿ ਮਲਵਿੰਦਰ ਤੇ ਸ਼ਿਵਿੰਦਰ ਵੱਲੋਂ ਉਸ ਡੀਲ ਦੇ ਵਿੱਚ ਛੁਪਾਈਆਂ ਜਾਂਦੀਆਂ ਨੇ। ਤੇ ਇਸ ਦੇ ਬਾਅਦ ਸਿੰਗਾਪੁਰ ਦੇ ਟ੍ਰਾਈਬਿਊਨਲ ਦੇ ਵਿੱਚ ਇਹ ਜਿਹੜੀ ਕੰਪਨੀ ਹੈ ਡਾਈਚੀ ਸੈਂਕਿਓ ਇਹ ਕੇਸ ਕਰ ਦਿੰਦੀ ਹੈ, ਜਿਸ ਤੋਂ ਬਾਅਦ ਕਿ ਸੁਪਰੀਮ ਕੋਰਟ ਨੇ ਵੀ ਮਲਵਿੰਦਰ ਤੇ ਸ਼ਿਵਿੰਦਰ ਹੋਣਾ ਨੂੰ ਅਦਾਲਤ ਦੀ ਅਵਮਾਨਨਾ ਦਾ ਨੋਟਿਸ ਜਾਰੀ ਕੀਤਾ ਜਾਂ ਉਹਨਾਂ ਦਾ ਮੁੱਖ ਤੌਰ ਤੇ ਦੋਸ਼ੀ ਮੰਨਿਆ। ਸੋ ਮਲਵਿੰਦਰ ਤੇ ਸ਼ਿਵਿੰਦਰ ਉਸ ਤੋਂ ਬਾਅਦ ਰਣਬੈਕਸੀ ਤੋਂ ਬਾਅਦ ਫੋਰਟਿਸ ਜਿਹੜੀ ਹੈਲਥ ਕੇਅਰ ਹੈ ਉਸ ਨਾਂ ਨਾਲੋਂ ਆਪਣੇ ਹਸਪੀਟਲਸ ਦੀ ਚੇਨ ਸ਼ੁਰੂ ਕਰਦੇ ਨੇ। ਕਿਸ ਨੇ ਨਾਂ ਨਹੀਂ ਸੁਣਿਆ ਹੋਇਆ ਫੋਰਟਿਸ ਦਾ? ਸੋ ਫੋਰਟਿਸ ਹੈਲਥ ਕੇਅਰ ਤੇ ਇੱਕ ਹੋਰ ਇਹਨਾਂ ਦੀ ਜਿਹੜੀ ਤੀਸਰੀ ਵਿੰਗ ਹੁੰਦੀ ਹੈ ਉਹ ਹੁੰਦੀ ਹੈ ਰੈਲੀਗੇਅਰ ਦੀ, ਯਾਨੀ ਕਿ ਰੈਲੀਗੇਅਰ ਹੋਲਡਿੰਗ ਕੰਪਨੀ ਇੱਕ ਐਸੀ ਹੋਲਡਿੰਗ ਕੰਪਨੀ ਬਣਦੀ ਹੈ ਜਿਸ ਵਿੱਚ ਕਿ ਮਲਵਿੰਦਰ ਤੇ ਸ਼ਿਵਿੰਦਰ 50% ਦੇ ਸਟੇਕ ਹੋਲਡਰ ਹੁੰਦੇ ਨੇ। ਇਸ ਤੋਂ ਇਲਾਵਾ ਕੁਝ ਹੋਰ ਵੀ ਸਟੇਕ ਹੋਲਡਰ ਜਾਂ ਸ਼ੇਅਰ ਹੋਲਡਰ ਇਸ ਕੰਪਨੀ 'ਚ ਹੁੰਦੇ ਨੇ, ਲੇਕਿਨ ਇਹ ਕੋਈ ਐਸੀ ਹੋਲਡਿੰਗ ਕੰਪਨੀ ਹੁੰਦੀ ਹੈ ਜੋ ਕਿ ਬਾਅਦ ਦੇ ਵਿੱਚ ਆਪਣੀਆਂ ਅਲੱਗ-ਅਲੱਗ ਸਬਸਿਡਰੀ ਕੰਪਨੀਜ਼ ਬਣਾ ਲੈਂਦੀ ਹੈ ਜਾਂ ਅਲਾਈਡ ਕੰਪਨੀਜ਼ ਬਣਾ ਲੈਂਦੀਆਂ ਨੇ, ਜਿਸ ਦੇ ਵਿੱਚੋਂ ਕਿ ਰੈਲੀਗੇਅਰ ਹੈਲਥ ਕੇਅਰ ਲਿਮਿਟਿਡ ਸ਼ਾਮਲ ਹੁੰਦੇ ਨੇ ਜਿਸ ਨੂੰ RHL ਦਾ ਨਾਂ ਦਿੱਤਾ ਗਿਆ, ਰੈਲੀਗੇਅਰ ਫਿਨਵੈਸਟ ਲਿਮਿਟਿਡ ਜਿਸ ਨੂੰ RFL ਦਾ ਨਾਂ ਦਿੱਤਾ ਗਿਆ, ਇੱਕ ਰੈਲੀਗੇਅਰ ਐਂਟਰਪ੍ਰਾਈਜ਼ਸ ਲਿਮਿਟਿਡ ਕੰਪਨੀ ਸੀ। ਇਹ ਸਾਰੀਆਂ ਤਿੰਨ ਕੰਪਨੀਆਂ RHL, RFL ਤੇ REL ਇਹ RSC ਯਾਨੀ ਕਿ ਰੈਲੀਗੇਅਰ ਹੈਲਥ ਕੇਅਰ ਪ੍ਰਾਈਵੇਟ ਲਿਮਿਟਿਡ ਨਾਂ ਦੀ ਉਸ ਹੋਲਡਿੰਗ ਕੰਪਨੀ ਦਾ ਹਿੱਸਾ ਸੀ ਜਿਸ ਦੇ ਮਾਲਕ ਮਲਵਿੰਦਰ ਤੇ ਸ਼ਿਵਿੰਦਰ ਸਨ। ਲੇਕਿਨ ਸਾਲ 2006 ਤੇ 2008 ਤੋਂ ਬਾਅਦ ਰਣਬੈਕਸੀ ਦੀ ਡੀਲ ਤੋਂ ਬਾਅਦ ਇੱਕ ਐਸਾ ਸਿਲਸਿਲਾ, ਇੱਕ ਐਸਾ ਗੋਰਖਧੰਦਾ ਇਸ ਕੰਪਨੀ ਦੇ ਬਈ ਖਾਤਿਆਂ ਦੇ ਵਿੱਚ ਸ਼ੁਰੂ ਹੋਇਆ। ਇਹ ਦੋ ਕੰਪਨੀਆਂ ਜਾਂ ਇਹਨਾਂ ਦੀ ਹੋਰ ਸਬਸਿਡਰੀ ਕੰਪਨੀ ਦੇ ਬਈ ਖਾਤਿਆਂ ਦੇ ਵਿੱਚ, ਜੋ ਕਿ ਬਾਅਦ ਦੇ ਵਿੱਚ 2019 ਆਉਂਦਿਆਂ ਇੱਕ ਬਹੁਤ ਹੀ ਵੱਡੇ ਕਾਰਪੋਰੇਟ ਘੁਟਾਲੇ ਜਾਂ ਕਾਰਪੋਰੇਟ ਹੇਰਾਫੇਰੀ ਦੇ ਕਾਰਪੋਰੇਟ ਗਬਨ ਦੇ ਮਾਮਲੇ ਦੀ ਸ਼ਕਲ ਲੈ ਗਿਆ ਤੇ ਜਿਸ ਦੇ ਵਿੱਚ ਬਾਅਦ ਦੇ ਵਿੱਚ ਇਹ ਦੋਵੇਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ। 2006 ਤੋਂ ਲੈ ਕੇ 2015 ਤੱਕ ਆਖਰ ਹੋਇਆ ਕੀ, ਇਹ ਸਮਝਣ ਦਾ ਵਿਸ਼ਾ ਹੈ, ਕਿਉਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਕਿ ਇੱਕ ਪਾਸੇ ਫੋਰਟਿਸ ਸੀ, ਆਪਾਂ ਫੋਰਟਿਸ ਨੂੰ ਬਿਲਕੁਲ ਸਾਈਡ ਤੇ ਲੈ ਕੇ ਚੱਲ ਰਹੇ ਹਾਂ। ਰਣਬੈਕਸੀ ਪਹਿਲਾਂ ਇਹ ਦੋਵੇਂ ਭਰਾ ਵੇਚ ਚੁੱਕੇ ਸੀ, ਲੇਕਿਨ ਗੱਲ ਰਹਿ ਗਈ ਸੀ ਰੈਲੀਗੇਅਰ ਐਂਟਰਪ੍ਰਾਈਜ਼ਸ ਦੀ, ਰੈਲੀਗੇਅਰ ਹੈਲਥ ਕੇਅਰ ਦੀ ਅਤੇ ਰੈਲੀਗੇਅਰ ਫਿਨਵੈਸਟ ਦੀ। ਇਹ ਤਿੰਨ ਕੰਪਨੀਆਂ ਜਦੋਂ ਬਣਾਈਆਂ ਗਈਆਂ, ਖਾਸ ਕਰਕੇ RFL ਇੱਕ ਐਸੀ ਕੰਪਨੀ ਸੀ ਜਿਸ ਦਾ ਇੱਕ ਬਹੁਤ ਹੀ ਕਲੀਅਰ ਕੱਟ ਮਨੋਰਥ ਸੀ, ਇਹਦਾ ਇੱਕ ਟਾਰਗੇਟ ਸੀ, ਇਹਦਾ ਇੱਕ ਟੀਚਾ ਸੀ। ਰੈਲੀਗੇਅਰ ਫਿਨਵੈਸਟ ਲਿਮਿਟਿਡ ਨਾਂ ਦੀ ਉਹ ਕੰਪਨੀ ਸੀ ਜਿਸ ਨੇ 2006 ਤੋਂ ਲੈ ਕੇ 2015 ਦੇ ਵਿੱਚ ਬਹੁਤ ਸੀ ਐਸੀਆਂ ਕੰਪਨੀਆਂ, ਤਕਰੀਬਨ 55 ਐਸੇ ਇੰਡੀਵਿਜੂਅਲਸ ਦੱਸੇ ਜਾਂਦੇ ਨੇ ਯਾਨੀ ਕਿ ਵਿਅਕਤੀ ਵਿਸ਼ੇਸ਼ ਦੱਸੇ ਜਾਂਦੇ ਨੇ ਤੇ 16 ਕੰਪਨੀਆਂ ਜਿਨ੍ਹਾਂ ਨੂੰ ਕਿ ਅਨਸਿਕਿਉਰਡ ਲੋਨਸ ਦਿੱਤੇ, ਯਾਨੀ ਕਿ ਬਿਨਾਂ ਕੋਈ ਕੋਲੈਟਰਲ ਰਖਵਾਏ, ਬਿਨਾਂ ਕੋਈ ਚੀਜ਼ ਗਿਰਵੀ ਰਖਵਾਏ, ਖੁੱਲੇ ਤਰੀਕੇ ਨਾਲ ਅਨਸਿਕਿਉਰਡ ਇੰਟਰਸਟ ਫ੍ਰੀ ਲੋਨ ਜਿਹੜੇ ਸੀ ਇਹ ਦਿੱਤੇ ਗਏ। ਸੋ ਮਚ ਸੋ ਕਿ ਮਲਵਿੰਦਰ ਸਿੰਘ ਸਾਲ 2019 ਦੇ ਵਿੱਚ ਆ ਕੇ ਫਰਵਰੀ ਦੇ ਵਿੱਚ ਇੱਕ ਹਲਫਨਾਮਾ ਦਿੰਦੇ ਨੇ, ਇੱਕ ਸ਼ਿਕਾਇਤ ਵੀ ਦਿੰਦੇ ਨੇ। ਅਦਾਲਤ ਦੇ ਵਿੱਚ ਜਿਹੜਾ ਉਹਨਾਂ ਦਾ ਹਲਫਨਾਮਾ ਸੀ ਉਸਨੇ ਸਭ ਨੂੰ ਹੈਰਾਨ ਕਰਕੇ ਰੱਖਤਾ। ਉਹਨਾਂ ਨੇ ਸਿੱਧੇ ਤਰੀਕੇ ਨਾਲ ਆਪਣੇ ਭਰਾ ਸ਼ਿਵਿੰਦਰ ਸਿੰਘ ਉੱਤੇ ਇਲਜ਼ਾਮ ਲਗਾਏ। ਇਸ ਦੇ ਨਾਲ ਹੀ ਉਹਨਾਂ ਨੇ ਇਲਜ਼ਾਮ ਗੁਰਿੰਦਰ ਸਿੰਘ ਢਿੱਲੋਂ ਹੋਣਾ ਤੇ ਵੀ ਲਗਾਏ ਜੋ ਕਿ ਰਾਧਾ ਸਵਾਮੀ ਡੇਰੇ ਦੇ ਮੁਖੀ ਹਨ। ਇਹ ਦੋਵਾਂ ਤੇ ਇਲਜ਼ਾਮ ਇਹ ਲੱਗੇ ਕਿ ਇਹ ਦੋਵਾਂ ਨੇ ਆਪਣੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਯਾਨੀ ਕਿ RFL ਦੇ ਵਿੱਚੋਂ ਕੁਝ ਸ਼ੈਲ ਕੰਪਨੀਜ਼ ਜੋ ਕਿ 16 ਕੰਪਨੀਆਂ ਦਾ ਮੈਂ ਜ਼ਿਕਰ ਕਰ ਚੁੱਕਾ ਹੈ, ਉਹਨਾਂ ਨੂੰ ਤੇ 55 ਦੇ ਕਰੀਬ ਕੁੱਲ ਮਿਲਾ ਕੇ ਇੰਡੀਵਿਜੂਅਲਸ ਦੇ ਕੰਪਨੀਆਂ ਸਨ ਜਿਨ੍ਹਾਂ ਨੂੰ ਅਨਸਿਕਿਉਰਡ ਲੋਨ ਦਿੱਤੇ, ਬਿਨਾਂ ਕੋਲੈਟਰਲ ਰਖਵਾਏ ਇਹ ਲੋਨ ਦਿੱਤੇ
ਤੇ ਜੋ ਆંકੜਾ ਮਲਵਿੰਦਰ ਸਿੰਘ ਨੇ 2019 ਫਰਵਰੀ ਦੇ ਵਿੱਚ ਦਿੱਤਾ ਸੀ ਉਸ ਮੁਤਾਬਕ 2700 ਕਰੋੜ ਰੁਪਏ ਦੇ ਅਨਸਿਕਿਉਰਡ ਲੋਨ ਸਨ ਉਹ ਜਿਹੜੇ ਕਿ ਵੱਖ-ਵੱਖ ਕੰਪਨੀਆਂ ਦੇ ਵਿੱਚੋਂ ਦਿੱਤੇ ਗਏ। ਬਾਅਦ ਦੇ ਵਿੱਚ ਉਹ ਕੰਪਨੀਆਂ ਜਿਹੜੀਆਂ ਸਨ ਉਹਨਾਂ ਨੇ ਇਹ ਫੰਡਸ ਨੂੰ ਡਾਇਵਰਟ ਕੀਤਾ ਕਿਉਂਕਿ ਇਹ ਸ਼ੈਲ ਕੰਪਨੀ ਸਨ, ਇਹਨਾਂ ਦਾ ਮਕਸਦ ਕੋਈ ਬਿਜ਼ਨਸ ਕਰਨਾ ਉਸ ਤਰੀਕੇ ਦਾ ਨਹੀਂ ਸੀ। ਇਹਨਾਂ ਨੇ ਉਹ ਸਾਰਾ ਜਿਹੜਾ ਪੈਸਾ ਸੀ ਉਹਨੂੰ ਪ੍ਰਾਪਰਟੀਆਂ ਦੀ ਖਰੀਦ ਦੇ ਵਿੱਚ ਯਾਨੀ ਕਿ ਜਾਇਦਾਦਾਂ ਸੰਪत्तियां ਬਣਾਉਣ ਦੇ ਪੱਖੋਂ ਵਰਤਿਆ, ਉਸ ਨੂੰ ਇਸਤੇਮਾਲ ਕੀਤਾ। ਸੋ ਇੱਕ ਬਹੁਤ ਵੱਡਾ ਫਰਾਡ ਸੀ ਜਿਸ ਦਾ ਖੁਦ ਖੁਲਾਸਾ ਮਲਵਿੰਦਰ ਸਿੰਘ ਹੋਣਾ ਵੱਲੋਂ 2019 ਦੇ ਵਿੱਚ ਕੀਤਾ ਗਿਆ ਸੀ। ਲੇਕਿਨ ਇਸ ਤੋਂ ਕੁਝ ਸਮਾਂ ਪਹਿਲਾਂ ਹੀ ਦਾਇਚੀ ਸੈਂਕਿਓ ਨੇ ਅਦਾਲਤ ਦੇ ਵਿੱਚ ਮਾਮਲਾ ਘਸੀਟ ਲਿਆ ਸੀ। ਉਹਨਾਂ ਨੇ ਜੋ ਵੀ ਉਹਨਾਂ ਦੇ ਨਾਲ ਇੱਕ ਫਰਾਡ ਹੋਇਆ ਸੀ, ਬਹੁਤ ਸੇ ਭੇਦ ਐਸੇ ਸਨ ਜੋ ਕਿ ਰਣਬੈਕਸੀ ਦੇ ਜੋ ਛੁਪਾਏ ਗਏ ਮਲਵਿੰਦਰ ਤੇ ਸ਼ਿਵਿੰਦਰ ਵੱਲੋਂ, ਉਹਨਾਂ ਨੂੰ ਲੈ ਕੇ ਪਹਿਲਾਂ ਹੀ ਅਦਾਲਤ ਵਿੱਚ ਪਹੁੰਚ ਚੁੱਕੇ ਸਨ। ਲੇਕਿਨ ਇਹ ਮਾਮਲਾ ਖੁੱਲਦਾ ਅਕਤੂਬਰ ਫਰਵਰੀ ਆਉਂਦਿਆਂ ਇੱਕ ਫੌਜਦਾਰੀ ਦੇ ਮੁਕੱਦਮੇ 'ਚ ਬਦਲ ਗਿਆ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਇਕਨੋਮਿਕ ਆਫੈਂਸਿਸ ਵਿੰਗ EOW ਨੇ 10 ਅਕਤੂਬਰ 2019 ਨੂੰ ਮੁਕੱਦਮਾ ਦਰਜ ਕੀਤਾ, FIR ਦਰਜ ਕੀਤੀ ਫਾਈਨੈਂਸ਼ੀਅਲ ਫਰਾਡ ਦੀ 420 ਦੀ ਸੈਕਸ਼ਨ 409, 420 ਤੇ 120B ਕ੍ਰਿਮੀਨਲ ਕੌਂਸਪੀਰੇਸੀ ਅਪਰਾਧਿਕ ਸਾਜ਼ਿਸ਼ ਦੇ ਤਹਿਤ ਦੋਵੇਂ ਭਰਾ ਮਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਲਜ਼ਾਮ ਇਹੀ ਸੀ ਜੋ ਕਿ ਪੁਲਿਸ ਨੇ ਆਪਣੀ FIR ਦੇ ਵਿੱਚ ਪ੍ਰਾਥਮਿਕ ਜਾਂ ਮੁੱਢਲੇ ਤੌਰ ਦੀ ਜਾਂਚ ਤੋਂ ਬਾਅਦ ਲਾਏ ਜਾਂ ਸਥਾਪਿਤ ਕੀਤੇ। ਉਹ ਇਹ ਸਨ ਕਿ 2737 ਕਰੋੜ ਦਾ ਜਿਹੜਾ ਵੇਰਵਾ ਮਲਵਿੰਦਰ ਨੇ ਫਰਵਰੀ 2019 ਵਿੱਚ ਦਿੱਤਾ ਸੀ ਉਸ ਤੋਂ ਥੋੜਾ ਜਿਹਾ ਘੱਟ ਅਮਾਉਂਟ ਯਾਨੀ ਕਿ 2036 ਕਰੋੜ ਰੁਪਏ ਐਸੇ ਸਨ ਜੋ ਕਿ ਅਨਸਿਕਿਉਰਡ ਲੋਨਸ ਦਿੱਤੇ ਗਏ ਤੇ ਬਾਅਦ ਦੇ ਵਿੱਚ ਉਹ ਵਾਪਸ ਨਹੀਂ ਆਏ। ਉਹ ਡਿਫਾਲਟ ਦੀ ਸ਼ਕਲ ਦੇ ਵਿੱਚ ਉਹ ਸ਼ੈਲ ਕੰਪਨੀਜ਼, ਉਹ 16 ਸ਼ੈਲ ਕੰਪਨੀਜ਼ ਪਲੱਸ ਉਹ 55 ਲੋਕ ਕੰਪਨੀ ਪਲੱਸ ਇੰਡੀਵਿਜੂਅਲਸ ਉਹਨਾਂ ਨੇ ਉਸ ਦਾ ਗਬਨ ਕੀਤਾ ਤੇ ਇਸ ਦੇ ਹੀ ਮੁੱਖ ਦੋਸ਼ੀ ਮਲਵਿੰਦਰ ਤੇ ਸ਼ਿਵਿੰਦਰ ਨੂੰ ਹੀ ਮੰਨਿਆ ਗਿਆ ਜਾਂ ਮੁੱਖ ਜਿਹੜੇ ਮੁਲਜ਼ਮ ਸਨ ਉਹ ਦੋਵੇਂ ਭਰਾਵਾਂ ਨੂੰ ਮੰਨਿਆ ਗਿਆ ਕਿਉਂਕਿ ਜਿਹੜੀ ਰਿਲਾਇੰਸ ਫਿਨਵੈਸਟ ਲਿਮਿਟਿਡ ਕੰਪਨੀ ਸੀ ਉਸ ਨੂੰ ਖੋਲ੍ਹਿਆ ਹੀ ਇਸ ਮਨੋਰਥ ਦੇ ਨਾਲ ਗਿਆ ਸੀ। ਉਹ ਇੱਕ ਫਾਈਨਾਂਸ ਕੰਪਨੀ ਸੀ ਜੋ ਕਿ NBFC ਜਿਹਨੂੰ ਕਿ ਨਾਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀ ਕਹਿੰਦੇ ਨੇ, ਜੋ ਕਿ RBI ਵੱਲੋਂ ਉਸ ਨੂੰ ਮਾਨਤਾ ਮਿਲਦੀ ਹੈ ਕਿਉਂਕਿ ਇੱਕ ਤਾਂ ਬੈਂਕ ਜਿਹੜੇ ਹੈਗੇ ਨੇ ਫਾਈਨਾਂਸ ਕਰ ਸਕਦੇ ਨੇ ਤੇ ਦੂਸਰੇ ਪੱਧਰ ਤੇ ਜਿਹੜੇ NBFC ਨਾਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀਜ਼ ਹੁੰਦੀਆਂ ਨੇ ਉਹ ਵੀ ਫਾਈਨਾਂਸ ਦਾ ਕੰਮ ਕਰ ਸਕਦੀਆਂ ਨੇ। ਸੋ ਇੱਕ NBFC ਦੇ ਤੌਰ ਤੇ ਰਜਿਸਟਰਡ ਰੈਲੀਗੇਅਰ ਫਿਨਵੈਸਟ ਲਿਮਿਟਿਡ ਕੰਪਨੀ ਵੱਲੋਂ ਹਜ਼ਾਰਾਂ ਕਰੋੜ ਰੁਪਇਆ ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਦੇ ਰਿਸ਼ਤੇਦਾਰਾਂ, ਉਹ ਕੰਪਨੀਆਂ ਦੇ ਵਿੱਚ ਜਾਂ ਉਹ ਸ਼ੈਲ ਕੰਪਨੀਜ਼ ਦੇ ਵਿੱਚ ਦਿੱਤਾ ਗਿਆ ਤੇ ਇਹਦਾ ਮੋਡਸ ਆਪਰੈਂਡੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਪੂਰੇ ਮਾਮਲੇ ਨੂੰ ਇਕੱਲੇ ਦਿੱਲੀ ਪੁਲਿਸ ਦੇ ਇਕਨੋਮਿਕ ਆਫੈਂਸਿਸ ਵਿੰਗ ਨੇ ਹੀ ਕੋਖਿਆ ਨਹੀਂ ਬਲਕਿ ਇਹ ਮਾਮਲਾ ਐਨਫੋਰਸਮੈਂਟ ਡਾਇਰੈਕਟੋਰੇਟ ਕੋਲ ਵੀ ਗਿਆ ਕਿਉਂਕਿ ਇਸ ਮਾਮਲੇ ਦੇ ਵਿੱਚ ਇਕੱਲਾ ਦਿੱਲੀ ਪੁਲਿਸ ਹੀ ਨਹੀਂ ਬਲਕਿ ਬਾਅਦ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਇੱਕ ਕੇਸ ਰਜਿਸਟਰ ਕੀਤਾ ਗਿਆ। ਅਕਤੂਬਰ 2019 ਦੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਦਸੰਬਰ 2019 12 ਦਸੰਬਰ 2019 ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਇੱਕ ਕੇਸ ਰਜਿਸਟਰ ਕਰਤਾ ਜੋ ਕਿ ਇਸ PMLA ਯਾਨੀ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਸੀ। ਉਸ ਦੇ ਵਿੱਚ ਵੀ ਬਹੁਤ ਸੀ ਪੜਤਾਲ ਜਿਹੜੀ ਹੋਈ, ਉਸ ਦੇ ਵਿੱਚ ਵੀ ਬਹੁਤ ਵੱਡੇ ਜਿਹੜੇ ਖੁਲਾਸੇ ਸਨ ਉਹ ਸਾਹਮਣੇ ਆਏ। ਮੁੱਢਲੇ ਤੌਰ ਤੇ ਘੋਟਾਲਾ ਜੋ ਕਿ ਜਿਸ ਦੀ ਜਾਂਚ ਦਿੱਲੀ ਪੁਲਿਸ ਤੇ ਐਨਫੋਰਸਮੈਂਟ ਡਾਇਰੈਕਟਰ ਕਰ ਰਹੇ ਸਨ ਉਹ ਕੀ ਸੀ, ਆਪਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਕੰਪਨੀ ਸੀ ਰੈਲੀਗੇਅਰ ਫਿਨਵੈਸਟ ਲਿਮਿਟਿਡ RFL, ਇਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ। ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਫਾਈਨਾਂਸ ਕੰਪਨੀ ਸੀ ਜਿਸ ਦਾ ਕੰਮ ਹੀ ਲੋਕਾਂ ਨੂੰ ਫਾਈਨਾਂਸ ਦੇਣਾ ਸੀ। ED ਦੀ ਜਾਂਚ ਦੱਸਦੀ ਹੈ ਕਿ RFL ਵੱਲੋਂ ਬੀਤੇ ਤਕਰੀਬਨ 2008 ਤੋਂ ਲੈ ਕੇ 2016 ਦੇ ਸਾਲਾਂ ਦੇ ਦਰਮਿਆਨ ਤਕਰੀਬਨ 7 ਜਾਂ 8 ਸਾਲ ਦੇ ਵਕਫੇ ਦੇ ਦੌਰਾਨ 40,000 ਕਰੋੜ ਤੋਂ ਵੱਧ ਦੇ ਜਿਹੜੇ ਫਾਈਨਾਂਸ ਹੈ ਉਹ ਕੀਤਾ ਗਿਆ ਯਾਨੀ ਕਿ ਪੈਸਾ ਜਿਹੜਾ ਹੈ ਉਹ ਲੋਕਾਂ ਨੂੰ ਵਿਆਜ ਤੇ ਦਿੱਤਾ ਗਿਆ, ਕੰਪਨੀਆਂ ਨੂੰ, ਵਿਅਕਤੀਆਂ ਨੂੰ ਜਾਂ ਕਿਸੇ ਨੂੰ ਆਪਣੇ ਕੰਮ ਧੰਦੇ ਚਲਾਉਣ ਲਈ ਕਿਉਂਕਿ ਫਾਈਨਾਂਸ ਕੰਪਨੀ ਦਾ ਇਹੀ ਕੰਮ ਹੁੰਦਾ ਹੈ। ਲੇਕਿਨ ਇਸ ਦੇ ਵਿੱਚੋਂ ਤਕਰੀਬਨ 2000 ਕਰੋੜ ਤੋਂ ਵੱਧ ਦਾ ਐਸਾ ਪੈਸਾ ਸੀ ਜੋ ਕਿ ਇਹਨਾਂ 16 ਕੰਪਨੀਆਂ ਜਿਨ੍ਹਾਂ ਦੇ ਕਿ ਨਾਮ ਮੈਂ ਹੁਣੇ ਤੁਹਾਨੂੰ ਦੱਸਾਂਗਾ ਉਹ 16 ਕੰਪਨੀਆਂ ਨੂੰ ਦਿੱਤਾ ਗਿਆ ਤੇ ਇਸ ਦੇ ਨਾਲ ਬਹੁਤ ਸਾਰਾ ਐਸਾ ਪੈਸਾ ਸੀ ਜੋ ਕਿ ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਦੀ ਪਤਨੀ ਸ਼ਬਨਮ ਢਿੱਲੋਂ ਤੇ ਉਹਨਾਂ ਦੇ ਬੇਟਿਆਂ ਦੇ ਡਾਇਰੈਕਟ ਖਾਤਿਆਂ ਦੇ ਵਿੱਚ ਵੀ ਪਾਇਆ ਗਿਆ। ਹੁਣ ਇਹ ਬਹੁਤ ਵੱਡੀ ਗੱਲ ਸੀ ਕਿਉਂਕਿ ਐਸੇ ਤਕਰੀਬਨ ਕਈ ਕਰੋੜ ਰੁਪਏ ਦੀ ਇੱਕ ਖਾਤਾ ਹੈਗਾ, ਇੱਕ ਜਿਹੜੀ ਲਿਸਟ ਹੈ ਜੋ ਕਿ ED ਦੀ ਰਿਪੋਰਟ ਦੇ ਮੁਤਾਬਿਕ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਖਾਤੇ ਵਿੱਚ 2 ਕਰੋੜ ਤੇ ਉਹਨਾਂ ਦੀ ਪਤਨੀ ਦੇ ਖਾਤੇ ਵਿੱਚ ਵੀ 2 ਕਰੋੜ ਪਾਇਆ ਗਿਆ। ਸੋ ਇਹ ਸਵਾਲ ਜਵਾਬ, ਇਹ ਸਾਰੇ ਸਵਾਲ ਪੁਲਿਸ ਨੇ ਵੀ ਤੇ ED ਨੇ ਆਪਣੇ ਪੱਧਰ ਤੇ ਗੁਰਿੰਦਰ ਢਿੱਲੋਂ ਹੋਣਾ ਤੋਂ ਪੁੱਛੇ। ਇਸ ਤੋਂ ਇਲਾਵਾ 219 ਕਰੋੜ ਰੁਪਇਆ ਗੁਰਿੰਦਰ ਸਿੰਘ ਢਿੱਲੋਂ ਦੇ 2 ਬੇਟੇ ਗੁਰਕੀਰਤ ਸਿੰਘ ਤੇ ਗੁਰਪ੍ਰੀਤ ਸਿੰਘ ਉਹਨਾਂ ਦੇ ਖਾਤੇ ਦੇ ਵਿੱਚ ਪਾਇਆ ਗਿਆ। ਇਹ ਪੈਸਾ ਜਿਹੜਾ ਸੀਗਾ ਉਹ ਵੀ ਰੈਲੀਗੇਅਰ ਕੰਪਨੀ ਵੱਲੋਂ ਹੀ ਪਾਇਆ ਗਿਆ। ਸੋ ਤੁਸੀਂ ਵੇਖਿਆ ਕਿ ਤਕਰੀਬਨ 400 ਕਰੋੜ 488 ਕਰੋੜ ਰੁਪਏ ਐਸਾ ਦੱਸਿਆ ਜਾਂਦਾ ਕਿਉਂਕਿ ਇਹ ਚੀਜ਼ ਜਿਹੜੀ ਹੈਗੀ ਹੈ ਇਹ ED ਨੇ ਸਥਾਪਿਤ ਕੀਤੀ, ਇਸੇ ਚੀਜ਼ ਨੂੰ ਦਿੱਲੀ ਪੁਲਿਸ ਨੇ ਵੀ ਸਥਾਪਿਤ ਕੀਤਾ। ਮਲਵਿੰਦਰ ਸਿੰਘ ਦਾ ਵੀ ਇਹੀ ਇਲਜ਼ਾਮ ਸੀ ਕਿਉਂਕਿ ਮਲਵਿੰਦਰ ਸਿੰਘ ਜਦੋਂ ਆਪਣੇ ਭਰਾ ਸ਼ਿਵਿੰਦਰ ਸਿੰਘ ਦੇ ਖਿਲਾਫ ਤੇ ਗੁਰਿੰਦਰ ਢਿੱਲੋਂ ਉਹਨਾਂ ਦੇ ਖਿਲਾਫ ਹੋ ਚੁੱਕੇ ਸੀ ਯਾਨੀ ਕਿ ਡੇਰਾ ਰਾਧਾ ਸਵਾਮੀ ਦੇ ਖਿਲਾਫ ਹੋ ਚੁੱਕੇ ਸੀ, ਉਹਨਾਂ ਨੇ ਜਦੋਂ ਆਪਣੇ ਹਲਫਨਾਮੇ ਦਿੱਤੇ ਉਹਨਾਂ ਨੇ ਕੁੱਲ ਜਿਹੜੀ ਦੇਣਦਾਰੀ ਸੀ ਗੁਰਿੰਦਰ ਢਿੱਲੋਂ ਤੇ ਉਹਨਾਂ ਦੇ ਪਰਿਵਾਰ ਦੀ ਉਸ ਨੂੰ ਤਕਰੀਬਨ 1400 ਕਰੋੜ ਦੇ ਆਸ-ਪਾਸ 1473 ਕਰੋੜ ਰੁਪਏ ਦੱਸਿਆ ਸੀ ਜਿਸ ਵਿੱਚੋਂ ਕਿ ਉਹਨਾਂ ਮੁਤਾਬਕ 500 ਕਰੋੜ ਰੁਪਇਆ ਸਾਲ 2006 ਤੋਂ ਲੈ ਕੇ 2010 ਦੇ ਵਿੱਚ
ਅਲੱਗ-ਅਲੱਗ ਗੁਰਿੰਦਰ ਢਿੱਲੋਂ ਜਾਂ ਉਹਨਾਂ ਦੇ ਪਤਨੀ ਜਾਂ ਉਹਨਾਂ ਦੇ ਬੇਟਿਆਂ ਜਾਂ ਉਹਨਾਂ ਨਾਲ ਜੁੜੀਆਂ ਹੋਈਆਂ ਕੰਪਨੀਆਂ ਦੇ ਖਾਤਿਆਂ 'ਚ ਪਾਇਆ ਗਿਆ ਤੇ 2011 ਤੋਂ ਲੈ ਕੇ 2016 ਤੱਕ ਤਕਰੀਬਨ 488 ਕਰੋੜ ਰੁਪਇਆ ਉਹਨਾਂ ਸ਼ੈਲ ਕੰਪਨੀਆਂ ਨੂੰ ਲੋਨਸ ਦੀ ਅਨਸਿਕਿਉਰਡ ਲੋਨਸ ਦੀ ਸ਼ਕਲ ਦੇ ਵਿੱਚ ਦਿੱਤਾ ਗਿਆ। ਕੁੱਲ ਮਿਲਾ ਕੇ 988 ਕਰੋੜ ਇਹ ਬਣਦਾ ਹੈ। ਉਸ ਉੱਤੇ ਵਿਆਜ ਨੂੰ ਮਿਲਾ ਕੇ ਮਲਵਿੰਦਰ ਸਿੰਘ ਦੇ ਆਪਣੇ ਐਫੀਡੇਵਿਟ ਦੇ ਮੁਤਾਬਿਕ ਜਾਂ ਉਹਨਾਂ ਦੀ ਆਪਣੀ ਸ਼ਿਕਾਇਤ ਦੇ ਮੁਤਾਬਿਕ 1400 ਕਰੋੜ ਤੋਂ ਵੱਧ ਦੀ ਜਿਹੜੀ ਦੇਣਦਾਰੀ ਹੈ ਉਹ ਗੁਰਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਪਰਿਵਾਰ ਉੱਤੇ ਖੜੀ ਹੈ। ਇਸ ਮਾਮਲੇ ਉੱਤੇ ਗੁਰਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਪੱਖ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਚੀਜ਼ ਮੈਂ ਇੱਥੇ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦਾ ਹੈ ਵੀ ਜਿਹੜੀ ਵੀ ਇਨਵੈਸਟਮੈਂਟਾਂ ਹੋਈਆਂ ਜਾਂ ਜਿਹੜਾ ਵੀ ਪੈਸਾ ਰੈਲੀਗੇਅਰ ਫਿਨਵੈਸਟ ਲਿਮਿਟਿਡ ਨੇ ਗੁਰਿੰਦਰ ਢਿੱਲੋਂ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ, ਪਤਨੀ, ਬੇਟੇ ਜਾਂ ਫਿਰ ਉਹਨਾਂ ਦੀ ਕਿਸੇ ਵੀ ਸ਼ੈਲ ਕੰਪਨੀ ਜਿਨ੍ਹਾਂ ਦੇ ਵਿੱਚ ਸ਼ਵਿੰਦਰ ਸਿੰਘ ਤੇ ਈਡੀ ਤੇ ਦਿੱਲੀ ਪੁਲਿਸ ਦੀ ਜਾਂਚ ਦੇ ਮੁਤਾਬਕ ਖੁਦ ਮਲਵਿੰਦਰ ਸਿੰਘ ਵੀ ਇੱਕ ਹਿੱਸੇਦਾਰ ਸਨ, ਉਹਨਾਂ ਨੂੰ ਅਨਸਿਕਿਉਰਡ ਲੋਨਸ ਦੀ ਸ਼ਕਲ ਵਿੱਚ ਦਿੱਤਾ। ਉਹ ਜਿੰਨਾ ਵੀ ਅਮਾਉਂਟ ਸੀ ਉਹ ਪੈਸਾ ਉਹ ਨਿਰੋਲ ਤੌਰ ਤੇ ਇਹ ਲੋਕਾਂ ਨੇ ਆਪਣੀ ਸੰਪत्तियां ਜਾਂ ਜਾਇਦਾਦਾਂ ਬਣਾਉਣ ਵਿੱਚ ਲਗਾਇਆ। ਇਹਦਾ ਕੋਈ ਵੀ ਜਿਹੜੀ ਰਿਸੀਟਸ ਹੈ ਉਹ ਡੇਰੇ ਦੀ ਕਿਸੇ ਵੀ ਪ੍ਰੋਪਰਟੀ ਜਾਂ ਡੇਰਾ ਰਾਧਾ ਸਵਾਮੀ ਦੇ ਖਾਤੇ ਦੇ ਵਿੱਚ ਕਦੇ ਵੀ ਨਹੀਂ ਗਿਆ। ਸੋ ਇਹਦੀ ਆਪਾਂ ਕਲੈਰਿਟੀ ਰੱਖੀਏ, ਕਿਤੇ ਗਲਤ ਪ੍ਰਭਾਵ ਨਹੀਂ ਜਾਣਾ ਚਾਹੀਦਾ ਵੀ ਡੇਰੇ ਨੂੰ ਕੋਈ ਕਿਸਮ ਦਾ ਫਾਇਦਾ ਹੋ ਰਿਹਾ ਸੀ। ਸੋ ਦੇਰ ਇਜ਼ ਨਥਿੰਗ ਲਾਈਕ ਦੈਟ। ਆਪਾਂ ਉਸ ਨੂੰ ਇਸ ਮੌਕੇ ਤੇ ਸਾਫ਼ ਕਰ ਦੇਣਾ ਚਾਹੁੰਦੇ ਹਾਂ, ਕਿਉਂਕਿ ਜਿਹੜੀ ਜਾਂਚ ਦਿੱਲੀ ਪੁਲਿਸ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹੈ ਉਹਦੇ ਵਿੱਚ ਇਹ ਚੀਜ਼ ਸਪਸ਼ਟ ਹੋਈ ਹੈ ਕਿ 988 ਕਰੋੜ ਦੀ ਗੱਲ ਤਾਂ ਮਲਵਿੰਦਰ ਸਿੰਘ ਕਹਿ ਰਹੇ ਨੇ, ਲੇਕਿਨ ਕੁੱਲ ਮਿਲਾ ਕੇ 2000 ਕਰੋੜ ਤੋਂ ਵੱਧ ਦੀ 2036 ਕਰੋੜ ਦੀ ਜਿਹੜੀ ਦੇਣਦਾਰੀ ਹੈ ਜਾਂ ਡਿਫਾਲਟਸ ਹੈਗੇ ਨੇ ਉਹਨਾਂ ਵੱਖ-ਵੱਖ 55 ਕੰਪਨੀਆਂ ਪਲੱਸ ਇੰਡੀਵਿਜੂਅਲਸ ਨੇ ਕੀਤਾ, ਜਿਸ ਦੇ ਵਿੱਚ ਕਿ ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਦੀ ਪਤਨੀ ਸ਼ਬਨਮ ਢਿੱਲੋਂ, ਉਹਨਾਂ ਦੇ ਬੇਟੇ, ਉਹਨਾਂ ਦੀ ਹੋਰ ਜਿਹੜੀ ਕੰਪਨੀਆਂ ਨੇ ਉਹ ਸਾਰੀਆਂ ਸ਼ਾਮਲ ਨੇ ਤੇ ਇਹੀ ਕੰਪਨੀਆਂ ਦੇ ਵਿੱਚ ਇਹਨਾਂ ਹੀ ਕੰਪਨੀਆਂ ਦੇ ਵਿੱਚ ਮਲਵਿੰਦਰ ਤੇ ਸ਼ਿਵਿੰਦਰ ਵੀ ਸਟੇਕ ਹੋਲਡਰ ਰਹੇ ਨੇ। ਸੋ ਆਖਿਰ ਇਹ ਗੋਰਖਧੰਦਾ ਹੋਇਆ ਕੀ, ਮਸਲਾ ਸੀ ਕੀ, ਆਖਿਰ ਕੀ ਕਾਰਨ ਸੀ ਵੀ ਰੈਲੀਗੇਅਰ ਨਾਂ ਦੀ ਕੰਪਨੀ ਜਿਸ ਦੇ ਵਿੱਚ ਜੋ ਕਿ ਰਣਬੈਕਸੀ ਦੇ ਵਿੱਚ 15000 ਕਰੋੜ ਦਾ ਇਹਨਾਂ ਨੂੰ ਉੱਥੇ ਫਾਇਦਾ 2008 ਵਿੱਚ ਹੋਇਆ ਸੀ। ਫੋਰਟਿਸ ਜਾਂ ਰੈਲੀਗੇਅਰ ਦੀ ਸ਼ਕਲ ਦੇ ਵਿੱਚ ਇਹਨਾਂ ਦੇ ਹੋਰ ਵਰਟੀਕਲ ਸਨ। ਰੈਲੀਗੇਅਰ ਦੇ ਨਾਂ ਤੇ ਉੱਤੇ ਇੱਕ ਫਾਈਨਾਂਸ ਕੰਪਨੀ ਬਣਾ ਕੇ ਫਿਰ ਕੀ ਕਾਰਨ ਸੀ ਵੀ ਇਹ ਜਿਹੜੇ ਫਾਈਨਾਂਸ ਦਾ ਕੰਮ ਸ਼ੁਰੂ ਕੀਤਾ ਗਿਆ, ਜਦਕਿ ਇਹ ਪੂਰੇ ਪਰਿਵਾਰ ਦੀ ਜਾਂ ਇਹ ਪੂਰੇ ਜਿਹੜਾ ਬਿਜ਼ਨਸ ਫੈਮਿਲੀ ਸੀ ਮਲਵਿੰਦਰ ਤੇ ਸ਼ਵਿੰਦਰ ਸਿੰਘ ਦੀ, ਇਹਨਾਂ ਦੀ ਜਿਹੜੀ ਮਹਾਰਤ ਸੀ ਉਹ ਹੈਲਥ ਕੇਅਰ ਬਿਜ਼ਨਸ ਦੇ ਵਿੱਚ ਸੀ। ਸੋ ਇਹ ਚੀਜ਼ ਸਥਾਪਿਤ ਹੋਈ ਕਿ ਇਹ ਜਿਹੜੀਆਂ ਵੀ ਕੰਪਨੀਆਂ ਦੇ ਵਿੱਚੋਂ ਪੈਸਾ ਰੂਟ ਕੀਤਾ ਗਿਆ ਸੀ, ਯਾਨੀ ਕਿ ਰੈਲੀਗੇਅਰ ਫਿਨਵੈਸਟ ਵੱਲੋਂ ਜਿਹੜਾ ਪੈਸਾ ਰੂਟ ਕੀਤਾ ਜਾ ਰਿਹਾ ਸੀ ਜਾਂ ਜੋ ਵੀ ਅਨਸਿਕਿਉਰਡ ਲੋਨਸ ਦਿੱਤੇ ਜਾ ਰਹੇ ਸਨ, ਉਹਨਾਂ ਦਾ ਮਕਸਦ ਉਹ ਕੰਪਨੀਆਂ ਦੇ ਵਿੱਚ ਉਹ ਕੰਪਨੀਆਂ ਨੂੰ ਲੋਨ ਦੇਣਾ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਉਹਨਾਂ ਲੋਨਸ ਦੇ ਐਵਜ਼ ਦੇ ਵਿੱਚ ਸੰਪत्तियां ਤੇ ਜਾਇਦਾਦਾਂ ਖਰੀਦਣੀਆਂ ਸਨ। ਹੁਣ ਮੈਂ ਤੁਹਾਨੂੰ ਉਹਨਾਂ ਕੰਪਨੀਆਂ ਦੇ ਨਾਂ ਦੱਸ ਦਿੰਦਾ ਹਾਂ। ਇਹ ਸ਼ੈਲ ਕੰਪਨੀ ਸਨ। ਤਕਰੀਬਨ 16 ਐਸੀ ਕੰਪਨੀਆਂ ਈਡੀ ਜਾਂ ਫਿਰ ਦਿੱਲੀ ਪੁਲਿਸ ਦੀ ਜਾਂਚ ਜਾਂ ਉਸ ਸਕੈਨਰ ਦੇ ਬਾਅਦ ਫੋਕਸ ਦੇ ਵਿੱਚ ਆਈਆਂ ਨੇ, ਜੋ ਕਿ RFL ਯਾਨੀ ਕਿ ਰੈਲੀਗੇਅਰ ਫਿਨਵੈਸਟ ਤੋਂ ਜਿਨ੍ਹਾਂ ਨੇ ਲੋਨ ਲਏ ਜਾਂ ਰੈਲੀਗੇਅਰ ਫਿਨਵੈਸਟ ਤੋਂ ਜਿਨ੍ਹਾਂ ਨੂੰ ਅਨਸਿਕਿਉਰਡ ਲੋਨ ਦਿੱਤੇ ਗਏ ਤੇ ਬਾਅਦ ਦੇ ਵਿੱਚ ਉਹਨਾਂ ਦੀ ਰਿਕਵਰੀ ਕਦੇ ਨਹੀਂ ਲਈ ਗਈ। ਇਹ ਕੰਪਨੀਆਂ ਨੇ ਗਾਹਾਂ ਅੱਗੇ ਜਾ ਕੇ ਇਹ ਪੈਸਾ ਰੀਅਲ ਏਸਟੇਟ ਵਿੱਚ ਇਨਵੈਸਟ ਕੀਤਾ। ਇੱਕ ਵਾਰ ਨਜ਼ਰ ਕੰਪਨੀਆਂ ਦੇ ਨਾਂ ਤੇ ਪਾ ਲਓ। 16 ਕੰਪਨੀਆਂ ਕੁੱਲ ਹੈਗੇ ਨੇ, ਮੈਂ ਉਹਨਾਂ ਦੇ ਨਾਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ। ਜਿਹੜੀ ਸਭ ਤੋਂ ਅਹਿਮ ਕੰਪਨੀ, ਪਹਿਲੀ ਕੰਪਨੀ ਹੈ ਉਹ ਹੈ ਪ੍ਰਾਇਸ ਰੀਅਲ ਏਸਟੇਟ, ਜਿਸ ਵਿੱਚ ਕੀ ਦੱਸਿਆ ਜਾਂਦਾ ਰਿਹਾ ਹੈ ਕਿ ਗੁਰਿੰਦਰ ਢਿੱਲੋਂ ਉਹਨਾਂ ਦੇ ਪਤਨੀ ਵੀ ਡਾਇਰੈਕਟਰ ਸਨ। ਬਾਅਦ ਦੇ ਵਿੱਚ ਪਰਿਵਾਰ ਵੱਲੋਂ ਇਸ ਦਾ ਖੰਡਨ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਸ਼ਿਮਲ ਹੈਲਥ ਕੇਅਰ ਨਾਂ ਦੀ ਕੰਪਨੀ ਸੀ, ਪਲੈਟੀਨਮ ਇਨਫਰਾਸਟ੍ਰਕਚਰ ਐਡਵਰਟਾਈਜ਼ਿੰਗ ਕੰਪਨੀ ਸੀ, ਇੱਕ ਆਰਟੀਫਿਸ ਪ੍ਰਾਪਰਟੀਜ਼ ਸੀ, ਬੈਸਟ ਹੈਲਥ ਮੈਨੇਜਮੈਂਟ ਸੀ, ਦੇਵਰਾ ਡਿਵੈਲਪਰ ਸੀ, ਵਿਟੋਬਾ ਰੀਅਲਟਰ ਸੀ, ਫਰਨ ਹੈਲਥ ਕੇਅਰ, ਮॉडलैंड ਵੀਅਰਸ ਪ੍ਰਾਈਵੇਟ ਲਿਮਿਟਿਡ, ਰੋਜ਼ ਸਟਾਰ ਮਾਰਕੀਟਿੰਗ, ਸਟਾਰ ਆਰਟਵਰਕਸ, ट्रिपोली इन्वेस्टमेंट, वोल्गा मैनेजमेंट एंड कंसल्टेंसी, जोल्टन प्रॉपर्टीज, रैंचन प्राइवेट लिमिटेड। सो कुल मिला के ये 16 कंपनियां ये शैल कंपनियां सन जिन्हों की रैलीगेयर फिनवेस्ट ने अनसिक्योर्ड लोन्स दिते, इंटरस्ट फ्री लोन सन। इन्हां दी वापसी के मुतलक कोई भी क्लॉज सामने नहीं सी, यानी कि ये लोन दिते तो जाने सन लेकिन इन्हां दी वसूली कदे नहीं होनी सी। बाद दे विच यही होया, 2000 करोड़ तो वध दी देनदारी इन्हां कंपनियां दी खड़ी है। तो ये कंपनियां कौन ने? ये कंपनियां गुरिंदर ढिल्लों या उन्हां दे करीबी रिश्तेदारां दी मनियां जांदियां ने, जिस विच कि बलविंदर ते शिविंदर होना दा भी स्टेक हो सकता है। एक होर जिहड़ी चीज़ समझनी बाकी है भी आखिर किहड़ियां रियल इस्टेट, बहुत कंपनियां तुसीं जिहड़ियां वेखियां, रियल्टर्स, इंफ्रास्ट्रक्चर, ये सारियां रियल इस्टेट कंपनियां सन। 2006 तो बाद या 2008 के आस-पास एक बूम आया सी, तुहानूं याद होएगा प्रॉपर्टी दे विच, यानी कि प्रॉपर्टी मार्केट जदों बूम हुई सी उस वक्त इस कंपनी की स्थापना भी की जाती है रैलीगेयर फिनवेस्ट की। तो यह भी महसूस किया जाता भी हुण पैसे नूं कढ के उस बिजनेस चों रियल इस्टेट विच लाया जाए तो उस रियल इस्टेट दे विच पैसा पाउण दा जिहड़ा चैनल हुंदा है वो गुरिंदर ढिल्लों या उन्हां दी वो शैल कंपनीज हुंदियां हैं जो कि या तो मलविंदर सिंह ते शिविंदर सिंह दा मास्टरमाइंड हो सकता है
उन्होंने अपने तरीके नाल अपनी ही कंपनी का पैसा जिहड़ा कि स्टेक होल्डर शेयर होल्डर का पैसा भी हुंदा है, जिस दे विच कि उन्हां दी जवाबदेही या देणदारी होरां दे प्रति भी हुंदी है, उन्होंने अपने ही पैसे नूं इन्वेस्ट करके उसनूं रियल एस्टेट विच रूट करवाया थ्रू गुरिंदर ढिल्लों। ਇੱਥੇ ਗੁਰਿੰਦਰ ਢਿੱਲੋਂ ਹੋਣਾ ਦਾ ਉਹ ਮੈਂ ਬਿਆਨ ਤੁਹਾਨੂੰ ਜਾਂ ਉਹ ਐਫੀਡੇਵਿਟ ਦਾ ਜਿਹੜਾ ਹਲਫਨਾਮਾ ਉਹਨਾਂ ਨੇ ਅਦਾਲਤ ਵਿੱਚ ਦਿੱਤਾ, ਉਹਦੇ ਬਾਰੇ ਤੁਹਾਨੂੰ ਜਾਣੂ ਕਰਾਉਣਾ ਚਾਹਾਂਗਾ। ਸ਼ੁਰੂਆਤੀ ਸਟੇਜ ਦੇ ਉੱਤੇ ਜਦੋਂ ਕਿ ਮਾਮਲੇ ਦੇ ਵਿੱਚ ਨੋਟਿਸ ਜਾਰੀ ਹੋਏ, ਮਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੂੰ ਅਕਤੂਬਰ 2019 ਵਿੱਚ ਗ੍ਰਿਫਤਾਰ ਕੀਤਾ ਜਾਂਦਾ। ਉਸ ਤੋਂ ਬਾਅਦ ਇਹ ਪੂਰੀ ਗੱਲਾਂ ਬਾਤਾਂ ਜਦੋਂ ਸਾਹਮਣੇ ਆਈਆਂ, ਦਿੱਲੀ ਹਾਈ ਕੋਰਟ ਦੇ ਵਿੱਚ ਜਦੋਂ ਮਾਮਲਾ ਪਹੁੰਚਦਾ ਹੈ ਬੇਲਾਂ ਲਈ ਜਾਂ ਹੋਰ ਮੁਕੱਦਮੇਬਾਜ਼ੀ ਜਿਹੜੀ ਚੱਲਦੀ ਪਈ ਸੀ, ਉਸ ਵਿੱਚ ਸ਼ੁਰੂਆਤੀ ਪੱਧਰ ਤੇ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਡੇਰੇ ਦੇ ਜਿਹੜੇ ਮੁਖੀ ਸਨ ਉਹ ਮੁੱਕਰ ਜਾਂਦੇ ਨੇ। ਉਹ ਪਹਿਲਾਂ ਇਸ ਗੱਲ ਨੂੰ ਮੰਨਦੇ ਨਹੀਂ ਕਿ ਉਹਨਾਂ ਕੋਲ ਕੋਈ ਵੀ ਐਸਾ ਪੈਸਾ ਆਇਆ ਜਾਂ ਉਹਨਾਂ ਦੀ ਕੰਪਨੀ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪੈਸਾ ਦਿੱਤਾ ਗਿਆ। ਲੇਕਿਨ ਬਾਅਦ ਦੇ ਵਿੱਚ ਜਦੋਂ ਪੂਰੇ ਖੁਲਾਸੇ ਹੁੰਦੇ ਨੇ, ਮਾਮਲੇ ਦੀ ਤਫਤੀਸ਼ ਹੁੰਦੀ ਹੈ, ਤਾਂ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਇਸ ਚੀਜ਼ ਨੂੰ ਮੰਨਣਾ ਪੈਂਦਾ। ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਹੀ ਉਹ ਹਲਫਨਾਮੇ ਦੇ ਵਿੱਚ ਇਸ ਚੀਜ਼ ਨੂੰ ਮੰਨ ਲੈਂਦੇ ਨੇ। ਉਹ ਇਸ ਚੀਜ਼ ਨੂੰ ਮੰਨ ਲੈਂਦੇ ਨੇ ਵੀ ਰੈਲੀਗੇਅਰ ਫਿਨਵੈਸਟ ਨਾਂ ਦੀ ਜਿਹੜੀ ਕੰਪਨੀ ਵੱਲੋਂ ਉਹਨਾਂ ਨੂੰ ਲੋਨਸ ਦਿੱਤੇ ਗਏ, ਉਹ ਲੋਨਸ ਅਨਸਿਕਿਉਰਡ ਸਨ, ਉਹ ਲੋਨਸ ਅੱਗੇ ਇਨਵੈਸਟਮੈਂਟਾਂ ਲਈ ਦਿੱਤੇ ਗਏ। ਤੇ ਸਭ ਤੋਂ ਜਿਹੜੀ ਹੈਰਾਨ ਕਰ ਦੇਣ ਵਾਲੀ ਗੱਲ, ਗੁਰਿੰਦਰ ਸਿੰਘ ਢਿੱਲੋਂ ਜੋ ਕਿ ਆਪਾਂ ਮੰਨਦੇ ਵੀ, ਮੈਂ ਖੈਰ ਡੇਰੇ ਨੂੰ ਵਿੱਚ ਲੈ ਕੇ ਆਉਣਾ ਚਾਹੁੰਦਾ ਨਹੀਂ, ਲੇਕਿਨ ਮੈਂ ਮੰਨਦਾ ਵੀ ਜਦੋਂ ਅਸੀਂ ਦੁਨੀਆ ਦੇ ਵਿੱਚ ਇਹ ਪ੍ਰਚਾਰ ਕਰਦੇ ਹਾਂ, ਅਧਿਆਤਮਿਕਤਾ ਰੂਹਾਨੀਅਤ ਦਾ ਪ੍ਰਚਾਰ ਕਰਦੇ ਹਾਂ, ਮੋਹ ਮਾਇਆ ਤੋਂ ਨਿਕਲਣ ਦੀ ਗੱਲ ਕਰਦੇ ਹਾਂ, ਉਸ ਵਕਤ ਗੁਰਿੰਦਰ ਸਿੰਘ ਢਿੱਲੋਂ ਹੋਣਾ ਦਾ ਜਿਹੜਾ ਇਹ ਹਲਫਨਾਮਾ ਸੀ ਬੜਾ ਮਹੱਤਵਪੂਰਨ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਸਾਲ 2010 ਦੇ ਵਿੱਚ ਉਹਨਾਂ ਕੋਲ ਆਏ। ਉਹਨਾਂ ਨੇ ਕਿਹਾ ਵੀ ਸਾਡੀ ਕੰਪਨੀਆਂ ਦੇ ਵਿੱਚ ਤੁਸੀਂ ਹੋਰ ਸ਼ੇਅਰ ਹੋਲਡਿੰਗ ਖਰੀਦੋ, ਯਾਨੀ ਕਿ ਸਟੇਕਸ ਹੋਰ ਲੈ ਲਓ, ਵੱਧ ਰਾਈਟਸ ਲੈ ਲਓ, ਤੇ ਉਹਦੇ ਲਈ ਫੰਡਿੰਗ ਵੀ ਤੁਹਾਨੂੰ ਅਸੀਂ ਦਾਂਗੇ। ਯਾਨੀ ਕਿ ਮਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੇ ਗੁਰਿੰਦਰ ਸਿੰਘ ਢਿੱਲੋਂ ਨੂੰ ਇਹ ਪੇਸ਼ਕਸ਼ ਕੀਤੀ ਕਿ ਤੁਸੀਂ ਸਾਡੀ ਕੰਪਨੀਆਂ, ਅਲੱਗ-ਅਲੱਗ ਕੰਪਨੀਆਂ ਸਨ, ਫੋਰਟਿਸ ਹੈਲਥ ਕੇਅਰ ਵੀ ਸੀ, ਲੇਕਿਨ ਰੈਲੀਗੇਅਰ ਦੇ ਵਿੱਚ ਤੁਸੀਂ ਮੁੱਢਲੇ ਤੌਰ ਤੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸ਼ੇਅਰ ਲੈ ਲਓ, ਆਪਣਾ ਹਿੱਸਾ ਜਾਂ ਹਿੱਸੇਦਾਰੀ ਜ਼ਿਆਦਾ ਵਧਾ ਲਓ, ਤੇ ਉਸ ਦੇ ਲਈ ਫੰਡਿੰਗ ਵੀ ਅਸੀਂ ਤੁਹਾਨੂੰ ਦੇ ਦਾਂਗੇ। ਸੋ ਅਲੱਗ-ਅਲੱਗ ਕਿਸ਼ਤਾਂ ਦੇ ਤਹਿਤ ਕਈ 100 ਕਰੋੜ ਰੁਪਇਆ ਜਿਹੜਾ ਸੀ ਉਹ ਉਹਨਾਂ ਨੇ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੂੰ ਦਿੱਤਾ। ਹੁਣ ਸੈਂਕੜਾ ਕਰੋੜ ਰੁਪਇਆ ਜਿਹੜਾ ਮਲਵਿੰਦਰ ਤੇ ਸ਼ਿਵਿੰਦਰ ਹੋਣਾ ਦੀ ਕੰਪਨੀਆਂ, ਖਾਸ ਕਰਕੇ ਰੈਲੀਗੇਅਰ ਜੋ ਕਿ ਉਹਨਾਂ ਦੀ ਬੜੀ ਆਮ ਸੀ, ਜੋ ਕਿ ਇੰਸ਼ੋਰੈਂਸ ਦੇ ਵਿੱਚ ਵੀ ਸੀ, ਜੋ ਕਿ ਹੈਲਥ ਕੇਅਰ ਦੇ ਵਿੱਚ ਵੀ ਸੀ, ਉਸ ਦੇ ਵਿੱਚੋਂ ਪੈਸਾ ਹੁਣ ਗੁਰਿੰਦਰ ਸਿੰਘ ਢਿੱਲੋਂ ਹੋਣਾ ਜਾਂ ਉਹਨਾਂ ਦੇ ਪਰਿਵਾਰ ਦੇ ਜ਼ਰੀਏ ਰੂਟ ਹੋਣਾ ਸੀ, ਉਸ ਦੇ ਲਈ ਸ਼ੈਲ ਕੰਪਨੀਆਂ ਖੜੀਆਂ ਕੀਤੀਆਂ ਗਈਆਂ। ਇਹ ਚੀਜ਼ ਖੁਦ ਗੁਰਿੰਦਰ ਸਿੰਘ ਢਿੱਲੋਂ ਮੰਨਦੇ ਨੇ ਵੀ ਜਿਹੜਾ ਪੈਸਾ ਉਹਨਾਂ ਨੂੰ ਜਦੋਂ ਦਿੱਤਾ ਗਿਆ, ਕਈ 100 ਕਰੋੜ ਰੁਪਇਆ ਪੈਸਾ ਦਿੱਤਾ ਸੀ, ਇਹ ਜਦੋਂ ਪੈਸਾ ਦਿੱਤਾ ਗਿਆ ਯਾਨੀ ਕਿ ਉਹਨਾਂ ਦੀ ਜਿਹੜੀ ਸ਼ੇਅਰ ਹੋਲਡਿੰਗ ਸੀ ਜਾਂ ਸਟੇਕ ਹੋਲਡਿੰਗ ਸੀ ਇਹਨਾਂ ਕੰਪਨੀਆਂ ਵਿੱਚ ਖਰੀਦੀ ਗਈ। ਯਾਨੀ ਕਿ ਮੁੱਢਲੀ ਤੌਰ ਤੇ ਗੱਲ ਸਿੱਧੀ ਸਮਝਦੇ ਹਾਂ ਵੀ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਮੇਰੀ ਕੰਪਨੀ ਦੇ ਵਿੱਚ ਸ਼ੇਅਰ ਖਰੀਦ ਲਓ, ਮੈਂ ਹੀ ਉਸ ਦੇ ਲਈ ਤੁਹਾਨੂੰ ਮੈਂ ਪੈਸਾ ਦੇ ਦਿੰਦਾ ਹੈ, ਮੈਂ ਤੁਹਾਨੂੰ 400-500 ਕਰੋੜ ਰੁਪਏ ਦੇ ਲਈ ਦੇ ਦਿੰਦਾ, ਤੇ ਤੁਸੀਂ ਉਸ 400-500 ਕਰੋੜ ਰੁਪਏ ਨਾਲ ਮੇਰੀ ਕੰਪਨੀ ਦੇ ਸ਼ੇਅਰ ਲੈ ਲੈਂਦੇ ਹੋ। ਯਾਨੀ ਕਿ ਇਹ ਪੈਸਾ ਰੂਟ ਕੀਤਾ ਗਿਆ। ਸੋ ਮਲਵਿੰਦਰ ਤੇ ਸ਼ਿਵਿੰਦਰ ਇੱਕ ਤਰੀਕੇ ਨਾਲ ਮਾਸਟਰਮਾਈਂਡ ਸੀ ਇਸ ਪੂਰੇ ਗੋਰਖ ਧੰਦੇ ਦੇ, ਇਸ ਪੂਰੇ ਕਾਰਪੋਰੇਟ ਗਬਨ ਦੇ। ਉਹਨਾਂ ਨੇ ਆਪਣੀ ਹੀ ਕੰਪਨੀਆਂ ਦਾ ਸੈਂਕੜਾ ਕਰੋੜ ਰੁਪਇਆ ਗੁਰਿੰਦਰ ਢਿੱਲੋਂ ਹੋਰਾਂ ਨੂੰ ਦਿੱਤਾ, ਤੇ ਬਾਅਦ ਦੇ ਵਿੱਚ ਉਹਨਾਂ ਤੋਂ ਆਪਣੀ ਕੰਪਨੀ ਦੇ ਸ਼ੇਅਰ ਖਰੀਦਵਾ ਲਿੱਤੇ। ਕਈ ਸ਼ੈਲ ਕੰਪਨੀਆਂ ਜਿਹੜੀਆਂ ਖੜੀਆਂ ਕਰ ਲਿੱਤੀਆਂ, ਉਹਨਾਂ ਦੇ ਵਿੱਚ ਵੀ ਸਟੇਕ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਵੀ ਖਰੀਦ ਲਿੱਤੇ ਗਏ। ਬਾਅਦ ਦੇ ਵਿੱਚ ਹੋਇਆ ਕੀ, ਬਾਅਦ ਦੇ ਵਿੱਚ ਦਿੱਲੀ, ਗੁੜਗਾਉਂ, ਨੋਇਡਾ ਤੇ ਹੋਰ ਥਾਵਾਂ ਤੇ ਪ੍ਰਾਪਰਟੀਆਂ ਖਰੀਦੀਆਂ ਗਈਆਂ, ਕਿਉਂਕਿ ਪ੍ਰਾਪਰਟੀ ਦੇ ਵਿੱਚ ਬੂਮ ਸੀ। ਮੈਂ ਉਹ ਪ੍ਰਾਪਰਟੀ ਦੇ ਵੀ ਲਿਸਟ ਤੁਹਾਨੂੰ ਦੱਸ ਦਿੰਦਾ, ਜਿਹੜੀ ਕਿ ਮੁੱਢਲੇ ਤੌਰ ਤੇ ਜਿਹੜੀ ਪੜਤਾਲ ਹੋਈ ਉਸ ਦੇ ਵਿੱਚ ਸਾਹਮਣੇ ਆਈਆਂ ਵੀ ਕਿਹੜੀਆਂ ਪ੍ਰਾਪਰਟੀਆਂ ਸਨ ਜੋ ਕਿ ਗੁਰਿੰਦਰ ਢਿੱਲੋਂ ਜਾਂ ਉਹਨਾਂ ਸ਼ੈਲ ਕੰਪਨੀਜ਼ ਵੱਲੋਂ, ਅਲੱਗ-ਅਲੱਗ ਜਿਹੜੀਆਂ 16 ਮੈਂ ਸ਼ੈਲ ਕੰਪਨੀਆਂ ਦੱਸੀਆਂ, ਉਹਨਾਂ ਵੱਲੋਂ ਦਿੱਲੀ ਜਾਂ ਉਸ ਦੇ ਚੌਗਿਰਦੇ ਦੇ ਵਿੱਚ ਖਰੀਦੀ ਗਈਆਂ। ਇਹਨਾਂ ਪ੍ਰਾਪਰਟੀਆਂ ਦੇ ਵਿੱਚ 2,60,000 ਸਕੁਆਇਰ ਫੀਟ ਦੀ ਜਿਹੜੀ ਜਗ੍ਹਾ ਸੀ ਉਹ ਦਿੱਲੀ ਦੇ ਵਿੱਚ ਸਿਟੀ ਵਾਕ ਮਾਲ ਦੇ ਨੇੜੇ ਖਰੀਦੀ ਗਈ। ਇਹ ਕਾਫੀ ਪ੍ਰਾਈਮ ਪ੍ਰਾਪਰਟੀ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ 80,000 ਸਕੁਆਇਰ ਫੀਟ ਅਹਿਮਦਾਬਾਦ ਦੇ ਵਿੱਚ ਇੱਕ ਕਮਰਸ਼ੀਅਲ ਇਲਾਕੇ ਦੇ ਵਿੱਚ ਜ਼ਮੀਨ ਖਰੀਦੀ ਗਈ। 5 ਲੱਖ ਸਕੁਆਇਰ ਫੀਟ ਜਿਹੜੀ ਜ਼ਮੀਨ ਸੀ ਉਸ ਨੂੰ ਨੋਇਡਾ ਦੇ ਇਲਾਕੇ ਦੇ ਵਿੱਚ ਲਿਆ ਗਿਆ। 3 ਐਸੇ ਫਾਰਮ ਹਾਊਸ ਸਨ ਜੋ ਕਿ ਤਕਰੀਬਨ 180 ਏਕੜ ਦੇ ਦੱਸੇ ਜਾਂਦੇ ਨੇ, ਜਿਨ੍ਹਾਂ ਨੂੰ ਕਿ ਦਿੱਲੀ ਦੇ ਬਿਲਕੁਲ ਚੁਗਿਰਦੇ ਦੇ ਵਿੱਚ ਹੀ ਅਸੋਲਾ ਨਾਂ ਦੀ ਥਾਂ ਹੈਗੀ ਹੈ, ਛਤਰਪੁਰ ਦੇ ਨੇੜੇ ਸ਼ਾਇਦ ਦੱਸੀ ਜਾਂਦੀ ਹੈ, ਉੱਥੇ ਤਕਰੀਬਨ 180 ਏਕੜ ਦੀ ਜ਼ਮੀਨ ਸੀ ਤੇ 9.25 ਲੱਖ ਸਕੁਆਇਰ ਫੀਟ ਯਾਨੀ ਕਿ 8,71,000 ਸਕੁਆਇਰ ਫੀਟ ਗੁੜਗਾਉਂ ਦੇ ਵਿੱਚ ਜਿਹੜੀ ਪ੍ਰਾਪਰਟੀ ਸੀ ਉਸ ਨੂੰ ਲਿਆ ਗਿਆ। ਸੋ ਹੁਣ ਕੁੱਲ ਮਿਲਾ ਕੇ ਮਤਲਬ ਕੀ ਹੋਇਆ, ਇੱਕ ਪਾਸੇ ਸ਼ੈਲ ਕੰਪਨੀਆਂ ਜਿਨ੍ਹਾਂ ਨੇ ਕਿ RFL ਤੋਂ ਅਨਸਿਕਿਉਰਡ ਲੋਨ ਚੱਕੇ, ਉਹ ਸ਼ੈਲ ਕੰਪਨੀਆਂ, ਉਹਨਾਂ ਦੇ ਵਿੱਚ ਗੁਰਿੰਦਰ ਢਿੱਲੋਂ ਖੁਦ ਵੀ ਸ਼ਾਮਲ ਸਨ, ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਸਨ, ਜਾਂ ਕੁਝ ਕੰਪਨੀਆਂ ਉਹਨਾਂ ਦੀਆਂ ਆਪਣੀਆਂ ਹੀ ਦੱਸੀਆਂ ਜਾਂਦੀਆਂ ਨੇ। ਇਹ ਹਲੇ ਜਾਂਚ ਦਾ ਵਿਸ਼ਾ ਹੈ, ਜਾਂਚ ਮੁਕੰਮਲ ਨਹੀਂ ਹੋਈ, ਮੁਕੱਦਮੇਬਾਜ਼ੀ ਚੱਲਦੀ ਪਈ ਹੈ। ਲੇਕਿਨ ਇਹ ਜਿਹੜਾ ਪੈਸਾ ਸੀ ਇਹ ਇਹਨਾਂ ਪ੍ਰਾਈਮ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਤਾ ਗਿਆ। ਦਿੱਲੀ ਜਿਹੜਾ ਸਰਕਾਰ ਹੈ ਉਸਦਾ ਜਿਹੜਾ ਜੰਗਲਾਤ ਵਿਭਾਗ ਹੈ, ਫੋਰੈਸਟ ਡਿਪਾਰਟਮੈਂਟ ਹੈ, ਉਹਨੇ ਇਹ ਜਿਹੜੇ 180 ਏਕੜ ਦੀ ਮੈਂ ਅਸੋਲਾ ਦੇ ਨੇੜੇ ਜਿਹੜੀ ਜ਼ਮੀਨ ਜਾਂ 3 ਫਾਰਮ ਹਾਊਸਾਂ ਦਾ ਜ਼ਿਕਰ ਕੀਤਾ, ਇਸ ਨੂੰ ਨਜਾਇਜ਼ ਕਬਜ਼ਾ ਦੱਸਿਆ, ਜਦੋਂ ਕਿ ਡੇਰਾ ਮੰਨਦਾ ਹੈ ਜਾਂ ਗੁਰਿੰਦਰ ਢਿੱਲੋਂ ਮੰਨਦੇ ਨੇ ਜਾਂ ਉਹਨਾਂ ਦਾ ਪੱਖ ਮੰਨਦਾ ਹੈ ਕਿ ਇਹ ਨਜਾਇਜ਼ ਕਬਜ਼ਾ ਨਹੀਂ ਹੈ, ਇਹ ਜ਼ਮੀਨ ਉਹਨਾਂ ਵੱਲੋਂ ਖਰੀਦੀ ਗਈ ਹੈ। ਸੋ ਇੱਕ ਵਿਵਾਦ ਦਾ ਵਿਸ਼ਾ ਉੱਥੇ ਵੀ ਚੱਲਦਾ ਹੈ। ਲੇਕਿਨ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ, ਇਸ ਦੇ ਪੂਰੇ ਭਾਰਤ ਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਤਕਰੀਬਨ 5,000 ਤੋਂ ਵੱਧ ਅਧਿਆਤਮਿਕ ਕੇਂਦਰ ਹੈਗੇ ਨੇ, ਯਾਨੀ ਕਿ ਜਿਹਨੂੰ ਆਪਾਂ ਡੇਰਾ ਰਾਧਾ ਸਵਾਮੀ ਸਤਸੰਗ ਦੇ ਡੇਰਿਆਂ ਵਜੋਂ ਮੰਨਦੇ ਹਾਂ।
ਹਰ ਸ਼ਹਿਰ ਦੀ ਸ਼ੁਰੂਆਤ ਤੋਂ ਪਹਿਲਾਂ ਜਾਂ ਉਸਦੇ ਬਾਰਡਰ ਦੇ ਉੱਤੇ ਇੱਕ ਡੇਰਾ ਰਾਧਾ ਸਵਾਮੀ ਸਤਸੰਗ ਹੋਣਾ ਵੱਲੋਂ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ। ਸੋ ਤਕਰੀਬਨ 5000 ਤੋਂ ਵੱਧ ਜਿਹੜੇ ਡੇਰੇ ਭਾਰਤ ਵਰਸ਼ ਵਿੱਚ ਹੈਗੇ ਨੇ, ਪੂਰੇ ਦੇਸ਼ ਵਿੱਚ ਹੈਗੇ ਨੇ, ਤੇ ਤਕਰੀਬਨ 500 ਦੇ ਆਸ-ਪਾਸ ਡੇਰੇ ਵਿਦੇਸ਼ਾਂ ਦੇ ਵਿੱਚ ਵੀ ਹੈਗੇ ਨੇ। 2 ਕਰੋੜ ਦੇ ਆਸ-ਪਾਸ ਥੋੜੀ ਓਵਰਆਲ ਫੋਲੋਇੰਗ ਦੱਸੀ ਜਾਂਦੀ ਹੈ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦੀ। ਲੇਕਿਨ ਉਸ ਹਾਲਾਤ ਦੇ ਵਿੱਚ ਜਾਂ ਉਹਨਾਂ ਕੰਪਨੀਆਂ ਤੋਂ ਜੋ ਕਿ ਰੈਲੀਗੇਅਰ ਫਾਈਨਾਂਸ ਤੋਂ ਅਨਸਿਕਿਉਰਡ ਲੋਨਸ ਲੈ ਕੇ ਪੈਸਾ ਰੀਅਲ ਏਸਟੇਟ ਵਿੱਚ ਲਾ ਰਹੀਆਂ ਨੇ, ਉਹਦਾ ਮਕਸਦ ਕੀ ਸੀ? ਕੀ ਇਹ ਮਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਦੀ ਚਾਲ ਸੀ ਜਿਸ ਦੇ ਵਿੱਚ ਕਿ ਗੁਰਿੰਦਰ ਢਿੱਲੋਂ ਉਹਨਾਂ ਨੂੰ ਫਸਾ ਲਿਆ ਗਿਆ, ਜਾਂ ਫਿਰ ਇਹ ਮਾਸਟਰਮਾਈਂਡ ਗੁਰਿੰਦਰ ਢਿੱਲੋਂ ਖੁਦ ਹੀ ਸਨ, ਜੋ ਕਿ ਕਿਹਾ ਜਾ ਰਿਹਾ ਵੀ 1999 ਤੋਂ ਬਾਅਦ ਮਲਵਿੰਦਰ ਤੇ ਸ਼ਿਵਿੰਦਰ ਦੀ ਪਿਤਾ ਦੀ ਮੌਤ ਤੋਂ ਬਾਅਦ ਲਗਾਤਾਰ ਜਿਹੜੇ ਸਲਾਹ ਮਸ਼ਵਰਾ ਜਾਂ ਜਿਹੜਾ ਐਡਵਾਈਸ ਜਾਂ ਗਾਈਡ ਦਾ ਕੰਮ ਸੀ ਉਹ ਖੁਦ ਗੁਰਿੰਦਰ ਢਿੱਲੋਂ ਹੀ ਕਰਿਆ ਕਰਦੇ ਸਨ। ਸੋ ਉਸ ਹਾਲਾਤ ਦੇ ਵਿੱਚ ਕੀ ਮਲਵਿੰਦਰ ਤੇ ਸ਼ਿਵਿੰਦਰ ਇਸ ਪੂਰੇ ਗੋਰਖ ਧੰਦੇ ਕਾਰਪੋਰੇਟ ਗਬਨ ਦੇ ਦੋਸ਼ੀ ਮੰਨੇ ਜਾ ਸਕਦੇ ਨੇ, ਜਦੋਂ ਕਿ ਉਹਨਾਂ ਦੀ ਰਹਿਨੁਮਾਈ ਜਾਂ ਉਹਨਾਂ ਦੀ ਸਰਪ੍ਰਸਤੀ ਬਿਜ਼ਨਸ ਪੱਧਰ ਤੇ ਵੀ, ਉਹਨਾਂ ਦੇ ਬਿਜ਼ਨਸ ਨੂੰ ਵਧਾਉਣ ਫੁਲਾਉਣ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦਾ ਮੰਨਿਆ ਜਾਂਦਾ ਹੈ। ਅੰਦਰਲੇ ਸੂਤਰ ਇਹ ਵੀ ਦੱਸਦੇ ਹੈਗੇ ਨੇ ਵੀ ਰੈਲੀਗੇਅਰ ਜਿਹੜੀ ਕੰਪਨੀ ਸੀ ਉਸ ਨੂੰ ਤਾਂ ਗੁਰਿੰਦਰ ਢਿੱਲੋਂ ਉਹਨਾਂ ਦੀ ਕੰਪਨੀ ਹੀ ਮੰਨਿਆ ਜਾਂਦਾ ਸੀ। ਰਣਵੈਕਸੀ ਦੀ ਜਿਹੜੀ ਸੇਲ ਹੋਈ ਉਸ ਤੋਂ ਤਕਰੀਬਨ 15000 ਕਰੋੜ ਦਾ ਤਾਂ ਮੁਨਾਫਾ ਸੀ, ਡੀਲ ਤਾਂ ਕਿਤੇ ਅੱਗੇ ਦੀ ਸੀ। ਉਹ ਮੁਨਾਫਾ ਜਿਹੜਾ ਕਿੱਥੇ ਰੂਟ ਹੋਇਆ? ਉਹਦੇ ਵਿੱਚ ਬਾਅਦ ਦੇ ਵਿੱਚ ਇਹ ਕੰਪਨੀਆਂ ਬਣਾ ਕੇ ਉਹਨਾਂ ਨੂੰ ਰੀਅਲ ਏਸਟੇਟ ਵਿੱਚ ਪੈਸਾ ਰੂਟ ਕਰਨ ਦੀ ਲੋੜ ਕਿਉਂ ਮਹਿਸੂਸ ਹੋਈ? ਅਨਸਿਕਿਉਰਡ ਲੋਨ, ਜੋ ਕਿ ਖੁਦ ਉਹਨਾਂ ਦਾ ਹਲਫਨਾਮਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦਾ ਕਹਿ ਰਿਹਾ ਹੈ ਵੀ ਮੈਨੂੰ ਇਹ ਲੋਨ ਦਿੱਤੇ ਗਏ, ਦੋਵੇਂ ਭਰਾਵਾਂ ਨੇ ਮੈਨੂੰ ਕਿਹਾ ਵੀ ਮੇਰੀ ਕੰਪਨੀ ਦੇ ਵਿੱਚ ਤੁਸੀਂ ਵਾਧੂ ਸਟੇਕ ਖਰੀਦੋ, ਤੇ ਮੈਂ ਵਾਧੂ ਸਟੇਕ ਖਰੀਦਣ ਦੇ ਮਨੋਰਥ ਦੇ ਨਾਲ ਐਗਰੀ ਹੋ ਗਿਆ, ਲੇਕਿਨ ਉਹ ਪੈਸਾ ਕਦੇ ਵੀ ਵਾਪਸ ਨਹੀਂ ਸੀ ਦਿੱਤਾ ਜਾਣਾ ਚਾਹੀਦਾ। ਹੁਣ ਜਦੋਂ ਅਸੀਂ ਰੂਹਾਨੀਅਤ ਤੇ ਅਧਿਆਤਮਿਕਤਾ ਦਾ ਪਾਠ ਦੁਨੀਆ ਨੂੰ ਪੜ੍ਹਾਉਂਦੇ ਹਾਂ ਤਾਂ ਉਸ ਹਾਲਾਤ ਦੇ ਵਿੱਚ ਕਦੇ ਵੀ ਕੀ ਅਸੀਂ ਮੰਨ ਸਕਦੇ ਹਾਂ ਵੀ ਕੋਈ ਵੀ ਪੈਸਾ ਸਾਨੂੰ ਕਰਜ਼ੇ ਦੇ ਰੂਪ ਵਿੱਚ ਦਿੱਤਾ ਜਾਏ ਤੇ ਉਸ ਦੇ ਐਵਜ਼ ਦੇ ਵਿੱਚ ਇੱਕ ਮੂੰਹ ਜਵਾਨੀ, ਉਹਨਾਂ ਨੇ ਕਿਹਾ ਇੱਕ ਮੂੰਹ ਜਵਾਨੀ ਸਾਡਾ ਐਗਰੀਮੈਂਟ ਹੋਇਆ ਸੀ ਵੀ ਇਹ ਪੈਸਾ ਮੈਨੂੰ ਦਿੱਤਾ ਤਾਂ ਜਾਏਗਾ, ਲੇਕਿਨ ਇਸ ਦੀ ਅਦਾਇਗੀ ਜਾਂ ਮੁੜ ਵਾਪਸੀ ਲਈ ਜਾਂ ਇਸ ਦੇ ਉੱਤੇ ਕੋਈ ਵੀ ਜੇ ਇੰਟਰਸਟ ਜਾਂ ਵਿਆਜ ਹੋਏਗਾ ਉਹਨੂੰ ਕਦੇ ਵੀ ਦੇਣਾ ਨਹੀਂ ਪਏਗਾ। ਇਸ ਚੀਜ਼ ਦੀ ਮੈਨੂੰ ਭਰੋਸਾ ਦਵਾਇਆ ਗਿਆ ਸੀ ਭਰਾਵਾਂ ਵੱਲੋਂ। ਫਿਰ ਇਹਦਾ ਮਤਲਬ ਕੀ ਹੋਇਆ? ਯਾਨੀ ਕਿ ਤੁਸੀਂ ਹਜ਼ਾਰਾਂ ਕਰੋੜ ਰੁਪਇਆ ਬਿਨਾਂ ਵਿਆਜ ਦੇ, ਬਿਨਾਂ ਕਿਸੇ ਕੋਲੈਟਰਲਸ ਦੇ, ਬਿਨਾਂ ਸਿਕਿਉਰਿਟੀ ਦੇ ਲੈ ਲੈਂਦੇ ਹੋ ਦੋ ਭਰਾਵਾਂ ਤੋਂ, ਬਿਜ਼ਨਸਮੈਨ ਭਰਾਵਾਂ ਤੋਂ, ਜੋ ਕਿ ਠੀਕ ਹੈ ਤੁਹਾਡੇ ਰਿਸ਼ਤੇ ਦੇ ਵਿੱਚ ਭਾਂਜੇ ਲੱਗ ਸਕਦੇ ਹੈਗੇ ਨੇ, ਲੇਕਿਨ ਦਾ ਫੈਕਟ ਆਫ ਦਾ ਮੈਟਰ ਇਹ ਹੁੰਦਾ ਹੈ ਕਿ ਇਹ ਕਾਰਪੋਰੇਟ ਗਬਨ ਸੀ। ਉਸ ਹਾਲਾਤ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਇਸ ਦਾ ਹਿੱਸਾ ਬਣਦੇ ਜਾ ਰਹੇ ਸਨ। ਹੁਣ ਉਹ ਜਾਣਬੁੱਝ ਕੇ ਇਸ ਪੂਰੀ ਗੱਲਬਾਤ ਦੇ ਵਿੱਚ ਆਪਣੇ ਆਪ ਨੂੰ ਨਿਰਦੋਸ਼ ਮੰਨਦੇ ਨੇ ਜਾਂ ਫਿਰ ਉਹਨਾਂ ਨੂੰ ਕਿਸ ਤਰੀਕੇ ਨਾਲ ਟਰੈਪ ਦੇ ਵਿੱਚ ਲਿਆ ਗਿਆ। ਇਸ ਪੂਰੇ ਫਰਜ਼ੀਵਾੜਾ ਜੋ ਕਿ ਮਲਵਿੰਦਰ ਤੇ ਸ਼ਿਵਿੰਦਰ ਨਾਂ ਦੇ ਦੋਵੇਂ ਭਰਾ ਕਰ ਰਹੇ ਸੀ, ਉਹਨਾਂ ਦਾ ਉਸ ਨੂੰ ਬਿਲਕੁਲ ਆਈਡੀਆ ਨਹੀਂ ਸੀ। ਇਹ ਪੈਸਾ ਰੂਟ ਕਰਨ ਦੀ ਗੱਲ ਸੀ, ਆਪਣੀ ਹੀ ਕੰਪਨੀ ਚੋਂ ਆਪਣੇ ਹੀ ਐਸੈਟਸ ਨੂੰ ਪੈਸਾ ਕੱਢ ਕੇ ਦੂਸਰੇ ਪਾਸੇ ਰੀਅਲ ਏਸਟੇਟ ਵਿੱਚ ਵੜਨ ਦਾ ਪੂਰਾ ਇੱਕ ਗੋਰਖ ਧੰਦਾ ਸੀ, ਜਿਸ ਦੇ ਵਿੱਚ ਬਾਅਦ ਦੇ ਵਿੱਚ ਪਰਦਾ ਖੁੱਲ ਗਿਆ ਤੇ ਦੋਵੇਂ ਭਰਾ ਇੱਕ ਦੂਸਰੇ ਦੇ ਖਿਲਾਫ ਹੋ ਗਏ। ਮਲਵਿੰਦਰ ਸਿੰਘ ਨੇ ਸ਼ਿਵਿੰਦਰ ਸਿੰਘ ਉੱਤੇ ਇਲਜ਼ਾਮ ਲਗਾਇਆ। ਇਹ ਵੀ ਦੱਸ ਦਈਏ, ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਵੀ ਬਹੁਤ ਦਿਲਚਸਪ ਵਾਕਿਆ ਹੋਇਆ ਸੀ ਜਦੋਂ ਕਿ ਸ਼ਿਵਿੰਦਰ ਸਿੰਘ, ਜੋ ਕਿ ਉਹਨਾਂ ਦਿਨਾਂ ਦੇ ਵਿੱਚ ਇਸ ਕਾਰਪੋਰੇਟ ਗੋਰਖ ਧੰਦੇ, ਫੇਰਾਫੇਰੀ ਤੇ ਗਬਨ ਦੇ ਗੰਭੀਰ ਦੂਸ਼ਣਾਂ ਤੇ ਆਰੋਪਾਂ ਦਾ ਸਾਹਮਣਾ, ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸਨ, ਉਹਨਾਂ ਵੱਲੋਂ ਡੇਰਾ ਰਾਧਾ ਸਵਾਮੀ ਦੇ ਵਿੱਚ ਜਾ ਕੇ ਆਪਣਾ ਰੂਪ ਬਦਲਿਆ ਗਿਆ, ਸਰੂਪ ਬਦਲਿਆ ਗਿਆ ਤੇ ਇਸ ਤਰੀਕੇ ਦੀਆਂ ਖਬਰਾਂ ਵੀ ਨਸ਼ਰ ਹੋਣ ਲੱਗੀਆਂ ਕਿ ਸ਼ਿਵਿੰਦਰ ਸਿੰਘ ਹੀ ਅਗਲੇ ਗੱਦੀ ਨਸ਼ੀਨ ਹੋਣਗੇ। ਉਹਦਾ ਕੋਈ ਜ਼ਿਆਦਾ ਅੱਗੇ ਗੱਲਬਾਤ ਨੂੰ ਅੱਗੇ ਤੋਰਿਆ ਨਹੀਂ ਜਾ ਸਕਿਆ, ਲੇਕਿਨ ਉਹਦਾ ਕਾਰਨ ਕੀ ਸੀ? ਉਸ ਤੋਂ ਕੁਝ ਸਮਾਂ ਬਾਅਦ ਹੀ ਸ਼ਿਵਿੰਦਰ ਸਿੰਘ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਜਾਂਦੇ ਨੇ। ਸੋ ਉਹ ਕੀ ਕੋਸ਼ਿਸ਼ ਸੀ ਕਿ ਵਾਕਈ ਉਹਨਾਂ ਨੂੰ ਗੱਦੀ ਨਸ਼ੀਨ ਬਣਾਏ ਜਾਣ ਦੀਆਂ ਤਿਆਰੀਆਂ ਸਨ, ਕਿਉਂਕਿ ਗੱਦੀ ਨਸ਼ੀਨ ਬਣਨਾ ਉਹਨਾਂ ਦਾ ਕੁਝ ਪੱਖੋਂ ਬਣ ਸਕਦਾ ਸੀ, ਕਿਉਂਕਿ ਉਹਨਾਂ ਦੇ ਨਾਨਾ ਜਿਹੜੇ ਸਨ ਉਹ ਖੁਦ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਰਹੇ ਸਨ। ਸੋ ਉਸ ਹਾਲਾਤਾਂ ਦੇ ਵਿੱਚ ਇੱਕ ਨੈਚੁਰਲ ਗੱਲਬਾਤ ਸੀ। ਲੇਕਿਨ ਇਹ ਗੱਲਬਾਤ ਉਸ ਵਕਤ ਕਿਉਂ ਤੋਰੀ ਗਈ ਜਾਂ ਛੇੜੀ ਗਈ, ਜਾਂ ਇਸ ਪੂਰੇ ਗੱਲਬਾਤ ਇਹ ਖਬਰਾਂ ਉਸ ਵਕਤ ਕਿਉਂ ਆਈਆਂ ਜਦੋਂ ਕਿ ਇਹਨਾਂ ਪੂਰੇ ਆਰਥਿਕ ਅਪਰਾਧਾਂ ਜਾਂ ਇਹ ਜਿਹੜੇ ਕਾਰਪੋਰੇਟ ਹੇਰਾਫੇਰੀ ਹੋਈ ਸੀ, ਇਸ ਮਾਮਲੇ ਦੇ ਜਿਹੜੇ ਦੂਸ਼ਣ ਸਨ ਉਹ ਉੱਭਰਨੇ ਸ਼ੁਰੂ ਹੋ ਰਹੇ ਸਨ। ਸੋ ਹੋ ਸਕਦਾ ਹੈ ਕੋਸ਼ਿਸ਼ ਰਹੀ ਹੋਵੇ, ਲੇਕਿਨ ਖੈਰ ਉਸ ਵਿੱਚ ਨਹੀਂ ਜਾਂਦੇ ਆਪਾਂ। ਮੋਟੀ ਗੱਲ ਇਹ ਸੀ ਵੀ 2000 ਕਰੋੜ ਤੋਂ ਵੱਧ ਦੀ ਦੇਣਦਾਰੀ ਉਹਨਾਂ ਸ਼ੈਲ ਕੰਪਨੀਆਂ ਦੇ ਜ਼ਰੀਏ ਅੱਜ ਵੀ ਬਾਕੀ ਹੈ, ਜੋ ਕਿ ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਦੇ ਪਰਿਵਾਰ ਜਾਂ ਮਲਵਿੰਦਰ ਤੇ ਸ਼ਿਵਿੰਦਰ ਹੋਣਾ ਨੇ ਮਿਲ ਕੇ, ਇਹ ਸਾਰੇ ਲੋਕਾਂ ਨੇ ਰਲ ਕੇ ਇਸ ਦੇ ਪੈਸੇ ਨੂੰ ਰੂਟ ਕਰਨ ਦਾ ਕੰਮ ਕੀਤਾ। ਇਸ ਪੂਰੇ ਕੰਮ ਦੇ ਵਿੱਚ ਰੈਲੀਗੇਅਰ ਫਿਨਵੈਸਟ ਜਿਹੜੀ ਕੰਪਨੀ ਹੈ ਉਸ ਨੂੰ ਕਾਫੀ ਚੂਨਾ ਲੱਗਿਆ। ਬਾਅਦ ਦੇ ਵਿੱਚ ਉਸੇ ਕੰਪਨੀ ਦੇ ਸ਼ਿਕਾਇਤਕਰਤਾ ਦੇ ਰੂਪ ਵਿੱਚ ਜਿਹੜੀਆਂ ਸ਼ਿਕਾਇਤਾਂ ਸਨ ਉਹ ਦਿੱਲੀ ਪੁਲਿਸ ਕੋਲ ਦਿੱਤੀਆਂ ਗਈਆਂ, ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਵੀ ਮਾਮਲਾ ਪਹੁੰਚਿਆ ਤੇ ਹੁਣ ਮਾਮਲਾ ਅਦਾਲਤਾਂ ਤੇ ਕਚਹਿਰੀਆਂ ਦੇ ਵਿੱਚ ਹੈ। ਇਸ ਮਾਮਲੇ ਦੇ ਵਿੱਚ ਤਾਜ਼ਾ ਸਥਿਤੀ ਇਹ ਹੈ ਵੀ ਸ਼ਿਵਿੰਦਰ ਸਿੰਘ ਨੂੰ ਬੇਲ ਮਿਲ ਚੁੱਕੀ ਸੀ ਅਦਾਲਤਾਂ ਵੱਲੋਂ, ਥਲੜੀ ਹੇਠਲੀ ਅਦਾਲਤ ਵੱਲੋਂ ਉਹਨਾਂ ਨੂੰ ਬੇਲ ਦਿੱਤੀ ਜਾ ਚੁੱਕੀ ਸੀ, ਲੇਕਿਨ 15 ਜੂਨ 2021 ਯਾਨੀ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਜਿਹੜੀ ਬੇਲ ਹੈ ਉਸ ਨੂੰ ਕੈਂਸਲ ਕਰਤਾ ਗਿਆ, ਰਿਵੋਕ ਕਰਤਾ ਗਿਆ ਤੇ ਅਪੈਰੈਂਟਲੀ ਹੁਣ ਸ਼ਿਵਿੰਦਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਹੈ। ਸੋ ਇਹ ਮਾਮਲਾ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕ੍ਰੈਕ ਕੀਤਾ। ਇਸ ਪੂਰੇ ਮਾਮਲੇ ਦੀ ਕੋਖ ਪੜਤਾਲ ਤੋਂ ਬਾਅਦ ਇੱਕ ਰਜ਼ੂਕਦਾਰ ਡੇਰੇ ਦੇ ਜਿਹੜੇ ਮੁਖੀ ਸਨ ਗੁਰਿੰਦਰ ਸਿੰਘ ਢਿੱਲੋਂ, ਉਹਨਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ। ਅਜੇ ਤੱਕ ਜਿਹੜੀ ਗੁਰਿੰਦਰ ਸਿੰਘ ਢਿੱਲੋਂ ਹੋਣਾ ਤੋਂ ਜਿਹੜੀ ਜਾਂਚ ਪੜਤਾਲ ਜਾਂ ਪੁੱਛਗਿੱਛ ਹੈ ਉਹ ਬਹੁਤ ਸੀਮਿਤ ਪੱਧਰ ਤੇ ਹੋ ਪਾਈ ਹੈ। ਉਹਨਾਂ ਦੀ ਜਿਹੜੀ ਇਨਵੋਲਵਮੈਂਟ ਹੈ ਉਸ ਉੱਤੇ ਵੀ ਇੱਕ ਸੰਸਾ ਜਿਹੜਾ ਹੈ
ਉਹ ਅਜੇ ਵੀ ਬਣਿਆ ਹੋਇਆ ਹੈ, ਕਿਉਂਕਿ ਇੱਕ ਬਹੁਤ ਹੀ ਵੱਡੇ ਰੂਹਾਨੀਅਤ ਜਾਂ ਅਧਿਆਤਮਵਾਦ ਦਾ ਪ੍ਰਚਾਰ ਕਰਨ ਵਾਲੇ ਡੇਰੇ ਦੇ ਉਹ ਮੁਖੀ ਹੈਗੇ ਨੇ। ਸੋ ਸੌਖਾ ਉਹਨਾਂ ਦੇ ਹੱਥ ਪਾਣਾ ਨਹੀਂ ਹੈ। ਵੋਟ ਪੋਲਿਟਿਕਸ ਦਾ ਇੱਕ ਆਪਣਾ ਰੋਲ ਹੋ ਸਕਦਾ ਹੈ, ਲੇਕਿਨ ਜਿੰਨੀ ਵੀ ਅਜੇ ਤੱਕ ਪੜਤਾਲ ਸਾਹਮਣੇ ਆਈ ਹੈ, ਆਪਾਂ ਇਹ ਸਮਝ ਕੇ ਚੱਲ ਸਕਦੇ ਹਾਂ ਵੀ ਗੁਰਿੰਦਰ ਸਿੰਘ ਢਿੱਲੋਂ ਕੁਝ ਐਸੇ ਡੇਰੇ ਦੇ ਮੁਖੀ ਨਹੀਂ ਸਨ ਜਾਂ ਕੋਈ ਐਸੇ ਕਿਰਦਾਰ ਨਹੀਂ ਸਨ ਜੋ ਕਿ ਅਨਪੜ੍ਹ ਸਨ ਜਾਂ ਜਿਨ੍ਹਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਉੱਥੇ ਬਿਠਾਤਾ ਗਿਆ। ਉਹ ਬਹੁਤ ਹੀ ਪੜ੍ਹੇ ਲਿਖੇ, ਬਹੁਤ ਹੀ ਸੂਝਵਾਨ ਤੇ ਉਹਨਾਂ ਦੇ ਨਾਲ ਜਿਹੜੇ ਲੋਕ ਗੱਲਾਂ ਬਾਤਾਂ ਕਰ ਰਹੇ ਨੇ ਜਾਂ ਵਿਚਰਦੇ ਰਹੇ ਨੇ, ਉਹਨਾਂ ਨੂੰ ਬਹੁਤ ਇੱਕ ਇੰਟੈਲੀਜੈਂਟ ਆਦਮੀ ਮੰਨਦੇ ਹੈਗੇ ਨੇ। ਤੇ ਇਹੀ ਕਾਰਨ ਸੀ ਵੀ ਮੰਨਿਆ ਵੀ ਗਿਆ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਵੀ ਮਲਵਿੰਦਰ ਤੇ ਸ਼ਿਵਿੰਦਰ ਹੋਣਾ ਦੀ ਜਿਹੜੀ ਤਰੱਕੀ ਹੋਈ, ਇਹਨਾਂ ਦੇ ਬਿਜ਼ਨਸ ਦੀ ਜਿਹੜੀ ਗਰੋਥ 1999 ਤੋਂ ਬਾਅਦ ਹੁੰਦੀ ਹੈ, ਉਹਦੇ ਵਿੱਚ ਬਹੁਤ ਸਾਰਾ ਜਿਹੜਾ ਹੱਥ ਤੇ ਰਸੂਖ ਹੈ ਉਹ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦਾ ਹੈ। ਸੋ ਕੀ ਮਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਉਸ ਡੇਰੇ ਦੇ ਸਿਰ ਦੇ ਉੱਤੇ, ਉਸਦੇ ਮੋਢੇ ਤੇ ਚੜ੍ਹ ਕੇ ਹੀ ਬਿਜ਼ਨਸ ਜਗਤ ਦੇ ਵਿੱਚ ਓਡੇ ਵੱਡੇ ਕਾਰਪੋਰੇਟ ਹੌਂਚੋਸ ਬਣੇ, ਜਾਂ ਉਹ ਬਿਲੀਅਨਰਸ ਬਣੇ ਜਿਨ੍ਹਾਂ ਦਾ ਨਾਮ ਬਾਅਦ ਦੇ ਵਿੱਚ ਫੋਰਬਸ ਮੈਗਜ਼ੀਨ ਦੇ ਵਿੱਚ ਛਪਿਆ ਕਰਦਾ ਸੀ? ਇਹ ਇੱਕ ਸਵਾਲਾਂ ਦਾ ਵਿਸ਼ਾ ਹੈ। ਇਸ ਉੱਤੇ ਗੰਭੀਰਤਾ ਦੇ ਨਾਲ ਪੜਤਾਲ ਜ਼ਿਆਦਾ ਹੋ ਨਹੀਂ ਪਾਈ ਹੈ। ਸਥਾਨਕ ਜਿਹੜੀ ਲੋਕਲ ਪ੍ਰੈਸ ਹੈ ਉਸਨੇ ਵੀ ਇਸ ਮੁੱਦੇ ਨੂੰ ਜ਼ਿਆਦਾ ਟੇਕਅਪ ਨਹੀਂ ਕੀਤਾ। ਮਾਮਲਾ ਬਹੁਤ ਹੀ ਸੈਂਸਿਟਿਵ ਹੈ, ਕਿਉਂਕਿ ਇੱਕ ਬਹੁਤ ਹੀ ਵੱਡੇ ਡੇਰਾ ਜਿਸ ਦੀ ਫੋਲੋਇੰਗ ਐਡੀ ਜ਼ਿਆਦਾ ਉਸਦੇ ਨਾਲ ਜੁੜਿਆ ਹੋਇਆ ਹੈ, ਤੇ ਮੁੱਢਲੇ ਤੌਰ ਤੇ ਕੋਈ ਵੀ ਅਪਰਾਧ ਇਸ ਤਰੀਕੇ ਦਾ ਸਾਬਤ ਨਹੀਂ ਹੋ ਰਿਹਾ ਹੈ। ਗੁਰਿੰਦਰ ਸਿੰਘ ਢਿੱਲੋਂ ਹੋਣਾ ਦੀ ਕਿੰਨੀ ਸ਼ਮੂਲੀਅਤ ਇਸ ਪੂਰੇ ਕਾਰਪੋਰੇਟ ਹੇਰਾਫੇਰੀ ਦੇ ਵਿੱਚ ਹੈ, ਇਸ ਦਾ ਕੋਈ ਵੀ ਐਸਾ ਪੁਖਤਾ ਜਿਹੜਾ ਸਬੂਤ ਹੈ ਉਹ ਫਿਲਹਾਲ ਤੱਕ ਪੁਲਿਸ ਨੇ ਮੈਨੂੰ ਲੱਗਦਾ ਹੈ ਨਹੀਂ ਹਾਸਲ ਕੀਤਾ। ਤਾਂ ਹੀ ਕਰਕੇ ਉਹਨਾਂ ਦੀ ਜਿਹੜੀ ਨਾਮਜ਼ਦਗੀ ਵੀ ਇਹਨਾਂ ਮਾਮਲਿਆਂ ਦੇ ਵਿੱਚ ਅਜੇ ਤੱਕ ਨਹੀਂ ਹੋਈ ਹੈ, ਜਾਂ ਫਿਰ ਇਹਦੇ ਕੁਝ ਹੋਰ ਕਾਰਨ ਹੈਗੇ ਨੇ। ਜੋ ਮੁੱਢਲੀ ਇੱਕ ਚੀਜ਼ ਨਜ਼ਰ ਆ ਰਹੀ ਹੈ ਉਹ ਇਹ ਹੈ ਵੀ ਸਾਰੇ ਲੋਕ ਮਿਲੇ ਹੋਏ ਰਲੇ ਹੋਏ ਸਨ। ਕਾਫੀ ਹੱਦ ਤੱਕ ਮਲਵਿੰਦਰ ਤੇ ਸ਼ਿਵਿੰਦਰ ਦੀ ਭੂਮਿਕਾ ਸੀ। ਉਹਨਾਂ ਨੇ ਆਪਣੇ ਬਿਜ਼ਨਸ ਦੇ ਵਿੱਚੋਂ ਪੈਸਾ ਗਲਤ ਤਰੀਕੇ ਨਾਲ ਰੂਟ ਕਰਵਾਇਆ, ਅਨਸਿਕਿਉਰਡ ਲੋਨਸ ਦਿੱਤੇ, ਕੰਪਨੀਆਂ ਵੀ ਆਪਣੀਆਂ ਸਨ, ਸ਼ੈਲ ਕੰਪਨੀਆਂ ਵੀ ਆਪਣੀਆਂ ਸਨ। ਇੱਕ ਹੋਰ ਬਹੁਤ ਦਿਲਚਸਪ ਆਸਪੈਕਟ ਵੀ ਸਾਹਮਣੇ ਹੈ ਕਿ RFL ਰੈਲੀਗੇਅਰ ਫਿਨਵੈਸਟ ਲਿਮਿਟਿਡ ਜਿਹੜੀ ਕੰਪਨੀ ਸੀ, ਜਦੋਂ ਉਹ ਲੋਨ ਇਹਨਾਂ ਕੰਪਨੀਜ਼ ਨੂੰ ਦਿੰਦੀ ਸੀ, ਇਹਨਾਂ ਵਿੱਚੋਂ ਬਹੁਤ ਸੀ 16 ਕੰਪਨੀਆਂ ਤਾਂ ਐਸੀਆਂ ਸਨ, ਇਹਨਾਂ ਵਿੱਚੋਂ ਬਹੁਤ ਐਸੀਆਂ ਕੰਪਨੀਆਂ ਸਨ ਜੋ ਕਿ RFL ਦੀਆਂ ਹੀ ਦੇਣਦਾਰ ਸਨ। ਹੁਣ ਸਮਝਣ ਵਾਲੀ ਗੱਲ ਹੈ ਕਿ RFL ਰੈਲੀਗੇਅਰ ਫਿਨਵੈਸਟ ਲਿਮਿਟਿਡ ਉਹ ਕੰਪਨੀਆਂ ਨੂੰ ਅਨਸਿਕਿਉਰਡ ਲੋਨ ਦਿੰਦੀ ਹੈ। ਬਾਅਦ ਦੇ ਵਿੱਚ ਉਹਨਾਂ ਕੰਪਨੀਆਂ ਨੇ ਉਹ ਜਿਹੜਾ ਲੋਨ ਉਹਨਾਂ ਨੇ ਹਾਸਲ ਕੀਤਾ ਸੀ ਜੋ ਕਿ ਅਨਸਿਕਿਉਰਡ ਲੋਨ ਸੀ, ਉਹਦੇ ਜ਼ਰੀਏ ਹੀ RFL ਦੀ ਜਿਹੜੀਆਂ ਦੇਣਦਾਰੀਆਂ ਸਨ ਉਹਨਾਂ ਨੂੰ ਰੀਪੇ ਕਰਤਾ। ਯਾਨੀ ਕਿ ਕਾਫੀ ਹੱਦ ਤੱਕ ਪੈਸਾ ਉਹ RFL ਦੀ ਪੁਰਾਣੇ ਜਿਹੜੇ ਕਰਜ਼ੇ ਉਹਨਾਂ ਦੇ ਕੋਈ ਹੋਰ ਲੈ ਗਏ ਸਨ ਉਹਨਾਂ ਨੂੰ ਰੀਪੇ ਕਰਨ ਲਈ ਚਲਾ ਗਿਆ। ਸੋ ਕਿੱਡਾ ਵੱਡਾ ਫਰਾਡ ਹੋ ਗਿਆ ਵੀ ਇੱਕ ਕੰਪਨੀ ਲੋਨ ਦੇ ਰਹੀ ਹੈ, ਆਪਣੇ ਹੀ ਜਿਹੜੇ ਦੂਸਰੇ ਲੋਨ ਹੈਗੇ ਨੇ, ਯਾਨੀ ਕਿ ਇੱਕ ਕਾਮੂਫਲਾਜ ਸੀ, ਇੱਕ ਤਰੀਕੇ ਨਾਲ ਲੁਕੇ ਛੁਪੇ ਢੰਗ ਨਾਲ ਉਹ ਲੋਕ ਜੋ ਕਿ ਉਸ ਕੰਪਨੀ ਦੇ ਦੇਣਦਾਰ ਸਨ ਉਹਨਾਂ ਨੇ ਕੁਝ ਹੋਰ ਸ਼ੈਲ ਕੰਪਨੀਆਂ ਖੜੀਆਂ ਕਰਕੇ ਉਹਦਾ ਤੋਂ ਅਨਸਿਕਿਉਰਡ ਲੋਨ ਲਏ ਤੇ ਬਾਅਦ ਦੇ ਵਿੱਚ ਉਹ ਜਿਹੜੀ ਦੇਣਦਾਰੀ ਨੂੰ ਪੂਰਾ ਕਰਤਾ। ਇੱਕ ਬਹੁਤ ਵੱਡਾ ਫਾਈਨੈਂਸ਼ੀਅਲ ਘੁਟਾਲਾ ਇਸ ਨੂੰ ਮੰਨਿਆ ਜਾਣਾ ਚਾਹੀਦਾ ਹੈ, ਕਾਰਪੋਰੇਟ ਘੁਟਾਲਾ ਘੱਟੋ ਘੱਟ ਨਜ਼ਰ ਆਉਂਦਾ ਹੈ। ਬਹਰਹਾਲ ਇਹਦੀ ਇਨਵੈਸਟੀਗੇਸ਼ਨਸ ਜਾਰੀ ਹੈਗੀਆਂ ਨੇ ਇਹਦੇ ਵਿੱਚ, ਕਿਉਂਕਿ ਇਕੱਲੀ ਦਿੱਲੀ ਪੁਲਿਸ ਦਾ ਇਕਨੋਮਿਕ ਆਫੈਂਸਿਸ ਵਿੰਗ ਨਹੀਂ ਬਲਕਿ ED ਵੀ ਇਨਵੋਲਵ ਰਹੀ ਹੈ। ED ਨੇ ਆਪਣੇ ਪੱਧਰ ਤੇ ਵੀ ਜਾਂਚ ਕੀਤੀ ਹੈ। ਸੋ ਉਹਨਾਂ ਨੇ ਵੀ ਜਿਹੜੀ ਗੱਲਾਂ ਬਾਤਾਂ ਨੂੰ ਸਹੀ ਪਾਇਆ, ਤਾਂ ਹੀ ਉਹਨਾਂ ਨੇ ਦਸੰਬਰ ਦੇ ਵਿੱਚ ਤਕਰੀਬਨ 2 ਮਹੀਨੇ ਬਾਅਦ ਇੱਕ ਅਲੱਗ ECIR FIR ਪੁਲਿਸ ਰਜਿਸਟਰ ਕਰਦੀ ਹੈ, ਲੇਕਿਨ ਇਨਫੋਰਸਮੈਂਟ ਡਾਇਰੈਕਟਰੇਟ ਇੱਕ ECIR ਰਜਿਸਟਰ ਕਰਦੀ ਹੈ ਉਹਨਾਂ ਨੇ ਕੀਤੀ, ਤੇ ਬਾਅਦ ਦੇ ਵਿੱਚ ਉਹਨਾਂ ਦੀ ਕਸਟਡੀ ਦੇ ਵਿੱਚ ਵੀ ਉਹਨਾਂ ਨੇ ਵੀ ਪੁੱਛਗਿੱਛ ਜਿਹੜੀ ਮਲਵਿੰਦਰ ਸਿੰਘ ਹੋਣਾ ਤੋਂ ਕੀਤੀ ਸੀ। ਸੋ ਇਹ ਪੂਰੀ ਜਿਹੜੀ ਕੇਸ ਹੈ ਜੇ ਖੁੱਲ੍ਹਾ ਹੈ, ਮਾਮਲਾ ਜਾਰੀ ਹੈ, ਤੇ ਜਿਵੇਂ ਮੈਂ ਰੀਸੈਂਟਲੀ ਦੱਸਿਆ ਸ਼ਿਵਿੰਦਰ ਸਿੰਘ ਦੀ ਜਿਹੜੀ ਬੇਲ ਹੈ ਉਸ ਨੂੰ ਕੈਂਸਲ ਕੀਤਾ ਗਿਆ ਹਾਈ ਕੋਰਟ ਵੱਲੋਂ। ਸੋ ਇਹ ਮਾਮਲਾ ਅੱਗੇ ਕੀ ਰੁਖ ਲਏਗਾ ਇਹ ਦੇਖਣਾ ਬਾਕੀ ਹੋਏਗਾ, ਲੇਕਿਨ ਕੀ ਵਾਕਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਪਾਏਗਾ? ਇਹ ਦੋਵੇਂ ਭਰਾਵਾਂ ਦੀ ਇਨਵੋਲਵਮੈਂਟ ਜਾਂ ਉਹਨਾਂ ਦੇ ਨਾਲ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਇੱਕ ਸ਼ੇਡੀ ਇਨਵੋਲਵਮੈਂਟ ਹੈ ਜੋ ਕਿ ਇੱਕ ਸ਼ੱਕ ਦੇ ਦਾਇਰੇ ਦੇ ਵਿੱਚ ਹੈ, ਉਹ ਬਹੁਤ ਕੋਖ ਦਾ ਵਿਸ਼ਾ ਹੋਣਾ ਚਾਹੀਦਾ ਹੈ। ਉਮੀਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਤੱਥ ਇਸ ਦੇ ਵਿੱਚ ਜੇ ਉਜਾਗਰ ਹੁੰਦੇ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਜ਼ਰੂਰ ਆਵਾਂਗੇ, ਲੇਕਿਨ ਫਿਲਹਾਲ ਮੋٹے ਤਰੀਕੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਹ ਪੂਰਾ ਮਾਮਲਾ ਸੀ ਜਿਸ ਦੇ ਕਾਰਨ ਕਿ ਦੇਸ਼ ਦਾ ਇੱਕ ਬਹੁਤ ਵੱਡਾ ਜਿਹੜਾ ਬਿਜ਼ਨਸ ਐਮਪਾਇਰ ਸੀ ਉਹ ਕੋਲੈਪਸ ਕੀਤਾ। ਉਹ ਅੱਜ ਕਰੋੜਾਂ ਰੁਪਇਆਂ ਦਾ, ਹਜ਼ਾਰਾਂ ਕਰੋੜਾਂ ਰੁਪਏ ਦਾ ਦੇਣਦਾਰ ਹੈ। ਉਹ ਲੋਕ ਜੋ ਕਿ ਬਿਲੀਅਨਰਸ ਅਖਵਾਇਆ ਕਰਦੇ ਸਨ, ਇੱਕ ਬਹੁਤ ਵੱਡਾ ਡਾਊਨਫਾਲ ਸੀ ਭਾਰਤ ਦੇ ਕਾਰਪੋਰੇਟ ਇਤਿਹਾਸ ਦਾ, ਇੱਕ ਬਹੁਤ ਵੱਡਾ ਡਾਊਨਫਾਲ ਸੀ ਜਿਸ ਦੇ ਬਾਰੇ ਸਮਝ ਕਿਸ ਨੂੰ ਨਹੀਂ ਆ ਰਿਹਾ। ਲੇਕਿਨ ਅੰਦਰਲੇ ਖਾਤੇ ਜੀ ਅੰਡਰ ਬੈਲੀ ਸੀ, ਡਾਰਕ ਅੰਡਰ ਬੈਲੀ ਕਹਿ ਸਕਦੇ ਆ, ਅੰਦਰ ਬਹੁਤ ਕੁਝ ਸੀਗਾ, ਬਹੁਤ ਗੋਰਖ ਧੰਦਾ, ਬਹੁਤ ਹੀ ਹੇਰਾ ਫੇਰੀ ਸੀ ਜੋ ਅੰਦਰਲੇ ਖਾਤੇ ਹਿਸਾਬ ਕਿਤਾਬ ਬਈ ਖਾਤਿਆਂ ਵਿੱਚ ਚੱਲ ਰਹੀ ਸੀ। ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ। ਉਮੀਦ ਕਰਾਂਗੇ ਇਸ ਜਾਣਕਾਰੀ ਦੇ ਨਾਲ ਤੁਹਾਡੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋਇਆ ਹੋਵੇਗਾ। ਰਿਤੇਸ਼ ਲੱਖੀ ਅਨਪਲੱਗਡ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਜਾਂਦੇ ਮੈਂ ਇੱਕ ਹੋਰ ਬੇਨਤੀ ਛੋਟੀ ਜਿਹੀ ਕਰ ਜਾਂ ਵੀ ਇਸ ਪੂਰੇ ਵੀਡੀਓ ਜਾਂ ਰਿਪੋਰਟ ਦਾ ਮਕਸਦ ਕਿਸੇ ਵੀ ਜਿਹੜਾ ਧਾਰਮਿਕ ਜਾਂ ਅਧਿਆਤਮਿਕ ਡੇਰਾ ਹੈ ਜਾਂ ਕੋਈ ਵੀ ਸੈਕਟ ਹੈ ਉਸ ਦੇ ਕਿਸੇ ਵੀ ਅਨੁਯਾਈ ਨੂੰ ਚੋਟ ਪਹੁੰਚਾਉਣਾ ਨਹੀਂ ਹੈ। ਮੇਰਾ ਬਿਲਕੁਲ ਮਕਸਦ ਤੇ ਜਿਹੜਾ ਮਨਸ਼ਾ ਹੈਗੀ ਹੈ ਉਹ ਕਿਸੇ ਡੇਰੇ ਵੱਲੋਂ ਉਂਗਲ ਚੁੱਕਣ ਦੀ ਨਹੀਂ ਸੀ, ਨਾ ਹੀ ਮੈਂ ਚੁੱਕ ਰਿਹਾ ਹਾਂ। ਮੈਂ ਇੱਕ ਪੂਰੇ ਮਾਮਲੇ ਅਪਰਾਧਿਕ ਮਾਮਲੇ ਜਿਸ ਦੇ ਵਿੱਚ ਕਿ ਦੋਸ਼ੀ ਕੋਈ ਵੀ ਹੋ ਸਕਦਾ ਹੈ, ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ। ਜਦ ਤੱਕ ਇਹ ਪੜਤਾਲ ਮੁਕੰਮਲ ਨਹੀਂ ਹੋ ਜਾਂਦੀ ਤਦ ਤੱਕ ਆਪਾਂ ਕੋਈ ਵੀ ਕਨਕਲੂਸਿਵ ਜਜਮੈਂਟ ਨਹੀਂ ਪਾਸ ਕਰ ਸਕਦੇ। ਲੇਕਿਨ ਮੁੱਢਲੇ ਤੌਰ ਤੇ ਜੋ ਤੱਥ ਸਾਹਮਣੇ ਨੇ ਉਹ ਬਹੁਤ ਹੀ ਗੰਭੀਰ ਹੈਗੇ ਨੇ, ਉਹਨਾਂ ਨੂੰ ਮੈਰਿਜ ਦੇ ਉੱਤੇ ਲਿਆ ਜਾਵੇ, ਨਾ ਕਿ ਕਿਸੇ ਡੇਰੇ ਜਾਂ ਕਿਸੇ
ਸੈਟ ਦੇ ਪ੍ਰਤੀ ਆਪਣੀ ਜਜਮੈਂਟ ਆਪਾਂ ਲੈ ਕੇ ਪਾਸ ਕਰਨਾ ਸ਼ੁਰੂ ਕਰ ਦਈਏ ਵੀ ਇੱਥੇ ਆਹ ਹੁੰਦਾ ਤੇ ਇੱਥੇ ਉਹ ਹੁੰਦਾ। ਹੋਰ ਬਹੁਤ ਸੇ ਐਸੇ ਬਦਨਾਮ ਡੇਰੇ ਹੈਗੇ ਨੇ ਜਿਨ੍ਹਾਂ ਨੇ ਕਿ ਬਹੁਤ ਮਾੜੇ ਚੰਗੇ ਕੰਮ ਕੀਤੇ ਹੈਗੇ ਨੇ। ਸੋ ਉਹ ਮੈਂ ਉਸ ਵਿੱਚ ਜਾਣਾ ਨਹੀਂ ਚਾਹਾਂਗਾ। ਇੱਕ ਇਸੀ ਬੇਨਤੀ ਦੇ ਨਾਲ ਵੀ ਇਸ ਪੂਰੇ ਮਾਮਲੇ ਨੂੰ ਇਸ ਪੂਰੇ ਕੇਸ ਤੱਕ ਹੀ ਸੀਮਿਤ ਰੱਖਿਆ ਜਾਵੇ ਤੇ ਇਸ ਤੋਂ ਹੋਰ ਜ਼ਿਆਦਾ ਫालतू ਦੀ ਕੰਕਲੂਜਨਸ ਤੇ ਜਿਹੜੀਆਂ ਜਜਮੈਂਟਸ ਆਪਾਂ ਨਾ ਡਰਾ ਕਰੀਏ। ਇਸ ਬੇਨਤੀ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਹੈ। ਬਹੁਤ ਬਹੁਤ ਧੰਨਵਾਦ। ਰਿਤੇਸ਼ ਲੱਖੀ ਅਨਪਲੱਗਡ ਦੇ ਨਾਲ ਜੁੜੇ ਰਹਿਆ ਕਰੋ।